ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ। ਸਾ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸ਼ਿੰਗਾਰ। ਕਰ ਹੀ ਸੋ ਪਿਰ ਪਾਇਆ, ਗੁਰ ਕੈ ਹੇਤ ਅਪਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਪਵਿੱਤਰ ਵਿਚਾਰ ਨਾਲ ਜੁੜਦੇ ਆ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ 60 ਔਰ 61 ਅੰਗ ਦੇ ਉੱਪਰ ਸਭਾਏਮਾਨ ਹੈ, ਅਸ਼ਟਪਦੀ ਦੇ ਰੂਪ ਵਿੱਚ 8 ਪਦਿਆਂ ਦੇ ਰੂਪ ਵਿੱਚ ਇਹ ਪਾਵਨ ਸ਼ਬਦ, ਜਿਸ ਦੇ 4 ਪਦਿਆਂ ਦੀ ਵਿਚਾਰ ਆਪ ਜੀ ਪਿਛਲੇ ਸਮੇਂ ਦੇ ਵਿੱਚ ਵਿਚਾਰ ਚੁੱਕੇ ਹੋ। ਸ਼ਬਦ ਦਾ ਕੇਂਦਰੀ ਭਾਵ ਜੋ ਰਹਾਉ ਵਾਲੀ ਪੰਕਤੀ, ਉਸ ਨੂੰ ਦੁਬਾਰਾ ਇੱਕ ਵਾਰ ਫਿਰ ਸਮਝ ਕੇ ਅਗਲੀ ਪਵਿੱਤਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸਰੀਰ ਦੇ ਅੰਦਰ ਜੀਵ ਇਸਤਰੀ ਨੂੰ ਸੰਬੋਧਨ ਕੀਤਾ ਕਿ ਇਹ ਜੀਵ ਇਸਤਰੀ ਜਿਹਦੇ ਉੱਪਰ ਮਾਇਆਵੀ ਪ੍ਰਭਾਵ ਪੈ ਗਿਆ, ਜਿਹਦੇ ਕਰਕੇ ਇਹ ਸੁਹਾਗਣ ਬਣਨ ਦੀ ਬਜਾਏ ਦੁਹਾਗਣ ਹੋ ਗਈ। ਨਿਰੰਕਾਰ ਦੇ ਨਾਲ ਜੁੜਨ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਸੀ, ਪਰ ਸੰਸਾਰ ਦੇ ਨਾਲ ਹੀ ਜੁੜ ਕੇ ਰਹਿ ਗਿਆ। ਪਰਮੇਸ਼ਵਰ ਦੇ ਨਾਮ ਦਾ ਸ਼ਿੰਗਾਰ ਕਰਨਾ ਸੀ, ਪਰ ਸੰਸਾਰੀ ਵਿਕਾਰੀ ਸ਼ਿੰਗਾਰ ਜਿਹੜੇ ਨੇ ਉਹ ਕਰ ਲਏ, ਜਿਹਦੇ ਕਰਕੇ ਇਹ ਜਨਮ ਸਫਲ ਨਹੀਂ ਹੋ ਰਿਹਾ। ਇਹ ਜਨਮ ਬਿਰਥਾ ਬੇਅਰਥ ਜਾ ਰਿਹਾ ਹੈ। ਕੇਵਲ ਅਸੀਂ ਤਨ ਦਾ ਸ਼ਿੰਗਾਰ ਕਰਕੇ ਹੀ ਆਪਣੀ ਜ਼ਿੰਦਗੀ ਦਾ ਸਮਾਂ ਨਹੀਂ ਲੰਘਾਉਣਾ। ਤਨ ਉੱਤੇ ਕੀਤਾ ਹੋਇਆ ਸ਼ਿੰਗਾਰ ਇੱਕ ਦਿਨ ਜਦੋਂ ਇਹ ਸਰੀਰਕ ਚੋਲਾ ਉਤਰ ਜਾਏਗਾ, ਇਹ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਨਹੀਂ ਆਉਣਾ। ਸਾਰੀ ਜ਼ਿੰਦਗੀ ਅਸੀਂ ਸਰੀਰ ਤੇ ਸ਼ਿੰਗਾਰ ਕਰਦੇ ਰਹੇ, ਸਰੀਰ ਨੂੰ ਸੰਵਾਰਦੇ ਰਹੇ, ਇਹਨੂੰ ਸੋਹਣਾ ਬਣਾਉਂਦੇ ਰਹੇ, ਪਰ ਆਪਣੇ ਅੰਦਰ ਨੂੰ ਨਹੀਂ ਅਸੀਂ ਸ਼ਿੰਗਾਰਿਆ। ਤੇ ਇੱਕ ਦਿਨ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ, ਅੰਦਰ ਜਾਵਣਾ ਤੇ ਆਹ ਸਰੀਰ ਰੂਪੀ ਕੱਪੜਾ ਤੇ ਇੱਕ ਦਿਨ ਛੱਡ ਕੇ ਜਾਣਾ ਹੈ।
ਤੇ ਜਦੋਂ ਸਰੀਰ ਰੂਪੀ ਕੱਪੜਾ ਛੱਡਣਾ ਤੇ ਜਿੰਨਾ ਸ਼ਿੰਗਾਰ ਇਹਦੇ ਤੇ ਕੀਤਾ ਸੀ ਸਾਰਾ ਬੇਅਰਥ ਹੋ ਗਿਆ, ਕਿਸੇ ਕੰਮ ਨਹੀਂ ਆਇਆ। ਅਸਲ ਸ਼ਿੰਗਾਰ ਅਸੀਂ ਕਰਨਾ ਸੀ ਪਰਮੇਸ਼ਵਰ ਦੇ ਨਾਮ ਵਿੱਚ। ਅਸੀਂ ਆਪਣੇ ਅੰਦਰ ਨੂੰ ਸ਼ਿੰਗਾਰਨਾ ਸੀ, ਆਪਣੇ ਅੰਦਰ ਨੂੰ ਸੁੰਦਰ ਬਣਾਉਣਾ ਸੀ। ਪਰ ਜਿੰਨੇ ਅਸੀਂ ਬਾਹਰੋਂ ਸੁੰਦਰ ਹੁੰਦੇ ਗਏ ਉਨੀ ਕਰੂਪਤਾ ਅੰਦਰ ਆਉਂਦੀ ਗਈ, ਉਨੇ ਵਿਕਾਰ ਜਿਹੜੇ ਸੀ ਉਹ ਅੰਦਰ ਆਉਂਦੇ ਗਏ। ਪਰਮੇਸ਼ਵਰ ਦੇ ਨਾਮ ਦੇ ਨਾਲ ਸ਼ਿੰਗਾਰ ਹੋਣਾ ਸੀ ਤੇ ਨਾਮ ਹੀ ਅਸੀਂ ਛੱਡ ਬੈਠੇ, ਨਾਮ ਨੂੰ ਅਸੀਂ ਭੁਲਾ ਬੈਠੇ, ਨਾਮ ਨੂੰ ਅਸੀਂ ਵਿਸਾਰ ਬੈਠੇ। ਬਾਹਰੋਂ ਤਾਂ ਦੁਨੀਆ ਨੇ ਸਾਡੀ ਸੁੰਦਰਤਾ ਨੂੰ ਵੇਖ ਕੇ ਵਾਹ ਵਾਹ ਆਖਿਆ ਵੀ ਬਹੁਤ ਸੁੰਦਰ ਹੈ, ਸਾਨੂੰ ਮਾਣ ਸਨਮਾਨ ਵੀ ਬਾਹਰੋਂ ਮਿਲਿਆ ਹੋਏਗਾ, ਮੈਡਲ ਵੀ ਮਿਲੇ ਹੋਣਗੇ। ਪਰ ਗੁਰਬਾਣੀ ਨੇ ਸਾਨੂੰ ਸਮਝਾਇਆ ਕਿ ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਆਉਨ ਨਾਉ, ਜਿਨ੍ਹਾਂ ਨੇ ਅੰਦਰ ਨਹੀਂ ਆਪਣੇ ਆਪ ਨੂੰ ਸੁੰਦਰ ਬਣਾਇਆ ਸ਼ਿੰਗਾਰਿਆ, ਜਿਨ੍ਹਾਂ ਨੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਕਮਾਈ ਨਹੀਂ ਕੀਤੀ, ਤਿੰਨਾਂ ਮੁਖ ਡਰਾਵਣੇ, ਉਹ ਬਾਹਰੋਂ ਅਤ ਸੁੰਦਰ ਹੋਣਗੇ ਪਰ ਅੰਦਰੋਂ ਉਹਨਾਂ ਦੀ ਅਵਸਥਾ ਡਰਾਵਣੀ ਹੈ, ਅੰਦਰ ਕਰੂਪ ਹੈ, ਅੰਦਰ ਦਾ ਰੂਪ ਜਿਹੜਾ ਸੀ ਉਹ ਵਿਗੜਿਆ ਹੋਇਆ ਹੈ। ਇਸ ਲਈ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਕੇਂਦਰੀ ਭਾਵ ਦੇ ਵਿੱਚ ਸਮਝਾਇਆ ਸੀ, ਜੋ ਸਮੁੱਚਾ ਭਾਵ ਹੈ। ਬਾਬਾ ਮਾਇਆ ਭਰਮ ਭੁਲਾਏ, ਇਹ ਸੰਸਾਰ ਮਾਇਆ ਹੈ। ਇਹ ਸੰਸਾਰ ਰੂਪੀ ਮਾਇਆ ਨੇ ਭਰਮ ਦੇ ਵਿੱਚ ਪਾ ਕੇ ਭੁਲਾ ਦਿੱਤਾ, ਭਟਕਾ ਦਿੱਤਾ। ਹੁਣ ਐਸਾ ਭਰਮ ਵਿੱਚ ਪਾ ਕੇ ਇਹਨੂੰ ਕੁਰਾਹੇ ਪਾ ਦਿੱਤਾ, ਭਰਮ ਭੁੱਲੀ ਦੁਹਾਗਣੀ। ਹੁਣ ਇਹ ਜੀਵ ਇਸਤਰੀ ਜਿਹਨੇ ਸੁਹਾਗਣ ਬਣਨਾ ਸੀ, ਇਹ ਦੁਹਾਗਣੀ ਹੋ ਗਈ, ਕਿਉਂਕਿ ਇਹਦੇ ਕੋਲ ਚੰਗਾ ਕੋਈ ਗੁਣ ਇਹਦੇ ਕੋਲ ਰਿਹਾ ਹੀ ਨਹੀਂ। ਇਹਦੇ ਪੱਲੇ ਕੋਈ ਸ਼ੁਭ ਗੁਣ ਜਿਹੜਾ ਸੀ ਉਹ ਰਿਹਾ ਹੀ ਨਹੀਂ। ਤੇ ਜਿਹਦੇ ਕੋਲ ਸ਼ੁਭ ਗੁਣ ਨਹੀਂ, ਜਿਹਦੇ ਪੱਲੇ ਸ਼ੁਭ ਗੁਣ ਨਹੀਂ ਹਨ, ਉਹਦੇ ਕੋਲ ਪਿਰ ਪਤੀ ਪਰਮੇਸ਼ਵਰ ਦੀਆਂ ਬਖਸ਼ਿਸ਼ਾਂ ਵੀ ਨਹੀਂ, ਤੇ ਉਹ ਦੁਹਾਗਣ ਪਰਮੇਸ਼ਵਰ ਦੇ ਪਤੀ ਦੇ ਚਰਨਾਂ ਦੇ ਵਿੱਚ ਜੁੜ ਕੇ ਕਦੇ ਵੀ ਆਨੰਦ ਤੇ ਖੁਸ਼ੀਆਂ ਨਹੀਂ ਮਾਣ ਸਕਦੀ। ਸਤਿਗੁਰੂ ਮਹਾਰਾਜ ਜੀ ਨੇ ਇਹ ਸਮਝਾਇਆ ਸੀ। ਫਿਰ 4 ਪਦਿਆਂ ਤੱਕ ਦੀ ਵਿਚਾਰ ਨੂੰ ਆਪ ਜੀ ਨੇ ਸਰਵਨ ਕੀਤਾ। ਜਦੋਂ ਇਹ ਸਮਝ ਆ ਗਈ ਕਿ ਮਾਇਆ ਨੇ ਭਰਮ ਵਿੱਚ ਪਾ ਕੇ ਮੈਨੂੰ ਭਟਕਾ ਦਿੱਤਾ ਹੈ, ਕੁਰਾਹੇ ਪਾ ਦਿੱਤਾ ਹੈ, ਜਿਸ ਲਈ ਮੈਨੂੰ ਇਹ ਮਨੁੱਖਾ ਜਨਮ ਮਿਲਿਆ ਸੀ, ਮੈਂ ਉਸ ਪਾਸੇ ਤੇ ਹਜੇ ਤੁਰਿਆ ਹੀ ਨਹੀਂ। ਫਿਰ ਜਦੋਂ ਸਮਝ ਆਈ ਤੇ ਪਤਾ ਲੱਗਾ ਵੀ ਗੁਰੂ ਤੋਂ ਬਿਨਾਂ ਗੱਲ ਨਹੀਂ ਬਣਨੀ, ਗੁਰੂ ਤੋਂ ਬਿਨਾਂ ਅਵਗਣ ਨਹੀਂ ਮਿਟਣੇ, ਗੁਰੂ ਤੋਂ ਬਿਨਾਂ ਅੰਦਰ ਨੂੰ ਸ਼ਿੰਗਾਰਿਆ ਨਹੀਂ ਜਾ ਸਕੇਗਾ, ਗੁਰੂ ਤੋਂ ਬਿਨਾਂ ਪਤੀ ਪਰਮੇਸ਼ਵਰ ਦੇ ਚਰਨਾਂ ਦਾ ਪਿਆਰ ਨਹੀਂ ਪਾਇਆ ਜਾ ਸਕਦਾ, ਗੁਰੂ ਤੋਂ ਬਿਨਾਂ ਸ਼ੁਭ ਗੁਣ ਨਹੀਂ ਅੰਦਰ ਆ ਸਕਦੇ, ਗੁਰੂ ਤੋਂ ਬਿਨਾਂ ਅੰਦਰ ਨੂੰ ਸ਼ਿੰਗਾਰਿਆ ਨਹੀਂ ਜਾ ਸਕਦਾ। ਹੁਣ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਅੰਧਕਾਰ ਹੀ ਅੰਧਕਾਰ ਹੈ। ਕਿਹੜੇ ਰਾਹ ਜਾਣਾ ਹੈ, ਕਿਵੇਂ ਅੰਦਰ ਨੂੰ ਸ਼ਿੰਗਾਰਨਾ ਹੈ, ਕਿਵੇਂ ਅੰਦਰ ਦੇ ਅਵਗੁਣਾਂ ਨੂੰ ਕੱਢ ਕੇ ਸ਼ੁਭ ਗੁਣ ਗ੍ਰਹਿਣ ਕਰਨੇ ਨੇ, ਇਹ ਗੁਰੂ ਤੋਂ ਬਿਨਾਂ ਨਹੀਂ ਗੱਲ ਬਣਨੀ। ਦੁਹਾਗਣ ਨੂੰ ਸੁਹਾਗਣ ਹੋਣ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਆਸਰਾ ਲੈਣਾ ਪਏਗਾ। ਮਨਮੁਖ ਨੂੰ ਗੁਰਮੁਖ ਬਣਨ ਵਾਸਤੇ ਗੁਰੂ ਸਾਹਿਬ ਜੀ ਦੇ ਸਨਮੁਖ ਹੋਣਾ ਪਏਗਾ। ਇਸ ਲਈ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਸ਼ਬਦ ਦੇ 5ਵੇਂ ਪਦੇ ਵਿੱਚ ਕਿਰਪਾ ਕੀਤੀ। ਸਭ ਕਹਿੰਦੇ ਪ੍ਰੇਮ ਪਦਾਰਥ ਪਾਈਐ,
ਪਦਾਰਥ ਦਾ ਇੱਥੇ ਅਰਥ ਹੈ ਨਾਮ ਦਾ ਪਦਾਰਥ, ਜਿਹਦੇ ਵਿੱਚ ਪ੍ਰੇਮ ਹੀ ਪ੍ਰੇਮ ਹੈ, ਜਿਹਦੇ ਵਿੱਚ ਪ੍ਰੇਮ ਦਾ ਰਸ ਹੈ। ਉਹ ਨਾਮ ਦਾ ਪਦਾਰਥ ਜਿਹਦੇ ਵਿੱਚ ਮੈਂ ਪਰੇ ਹੋ ਜਾਂਦੀ ਹੈ। ਜਿਸ ਪਦਾਰਥ ਨੂੰ ਪਾਉਣ ਨਾਲ, ਜਿਸ ਪਦਾਰਥ ਦੀ ਪ੍ਰਾਪਤੀ ਦੇ ਨਾਲ ਅੰਦਰੋਂ ਹਉਮੈ ਦੂਰ ਹੋ ਜਾਏ, ਮੈਂ ਦੂਰ ਹੋ ਜਾਏ, ਮੈਂ ਪਰੇ ਹੋ ਜਾਏ, ਸਭ ਕਹਿੰਦੇ ਉਹ ਪ੍ਰੇਮ ਵਾਲਾ ਪਦਾਰਥ ਪਾਈਐ। ਕਿਵੇਂ ਪਾਇਆ ਜਾ ਸਕਦਾ ਹੈ? ਗੁਰਮੁਖ ਤਤ ਵਿਚਾਰ, ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ। ਸਭ ਕਹਿੰਦੇ ਗੁਰਮੁਖ ਖੱਖੇ ਨੂੰ ਸਿਹਾਰੀ, ਗੁਰੂ ਦੁਆਰਾ, ਗੁਰੂ ਰਾਹੀਂ, ਗੁਰੂ ਸਾਹਿਬ ਦੇ ਸਨਮੁਖ ਹੋ ਕੇ। ਹੇ ਭਾਈ, ਤੂੰ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਤੇ ਗੁਰੂ ਦੇ ਰਾਹੀਂ ਤਤ ਦੀ ਵਿਚਾਰ ਕਰ। ਤਤ ਕੀ ਹੈ? ਪਰਮੇਸ਼ਵਰ। ਤਤ ਕੀ ਹੈ? ਮੱਖਣ। ਪਾਣੀ ਦੇ ਵਿੱਚ ਮਧਾਣੀ ਮਾਰਾਂਗੇ ਤੇ ਸਾਨੂੰ ਤਤ ਦੀ ਸਮਝ ਨਹੀਂ ਆਉਣੀ, ਨਾ ਉਸ ਤਤ ਤੱਕ ਪਹੁੰਚਿਆ ਜਾ ਸਕਦਾ ਹੈ। ਪਾਣੀ ਵਿੱਚ ਮਧਾਣੀ ਮਾਰਨ ਦੇ ਨਾਲ ਕੁਛ ਨਹੀਂ ਹੋਣਾ। ਸਾਰੀ ਜ਼ਿੰਦਗੀ ਮਧਾਣੀ ਮਾਰੀ ਜਾਓ, ਹੱਥ ਬਾਹਾਂ ਦੁਖਣ ਲੱਗ ਜਾਣਗੀਆਂ, ਪਰ ਉਸ ਤਤ ਮੱਖਣ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇਸ ਵਾਸਤੇ ਸਾਨੂੰ ਦੁੱਧ ਵਿੱਚ ਮਧਾਣੀ ਜਿਹੜੀ ਆ ਉਹ ਮਾਰਨੀ ਹੈ, ਪਰ ਇਕੱਲੇ ਦੁੱਧ ਵਿੱਚ ਵੀ ਨਹੀਂ, ਉਹਦੇ ਵਿੱਚ ਜਾਗ ਵੀ ਲਾਉਣਾ ਪੈਣਾ ਹੈ। ਜਦੋਂ ਉਹਦੇ ਵਿੱਚ ਜਾਗ ਲਾ ਕੇ ਅਸੀਂ ਮਧਾਣੀ ਜਿਹੜੀ ਆ ਉਹ ਮਾਰਾਂਗੇ, ਚਲਾਵਾਂਗੇ, ਫਿਰ ਉਹਦੇ ਵਿੱਚੋਂ ਤਤ ਰੂਪੀ ਮੱਖਣ ਨੇ ਬਾਹਰ ਆਉਣਾ ਹੈ। ਅਸੀਂ ਕਰਮ ਕਾਂਡ ਜਿਹੜੇ ਕਰ ਰਹੇ ਹਾਂ, ਇਹ ਸੰਸਾਰ ਵਿੱਚ, ਇਹ ਪਾਣੀ ਵਿੱਚ ਮਧਾਣੀ ਵਾਲਾ ਕੰਮ ਹੈ। ਜਿੰਨੇ ਮਰਜ਼ੀ ਅਸੀਂ ਕਰਮ ਕਾਂਡ ਕਰ ਲਈਏ, ਇੱਕ ਨਹੀਂ, 100 ਨਹੀਂ, ਹਜ਼ਾਰਾਂ ਕਰ ਲਈਏ, ਹਜ਼ਾਰਾਂ ਕਰਮ ਕਰਕੇ ਵੀ ਸਾਨੂੰ ਕੁਛ ਨਹੀਂ ਮਿਲਣਾ। ਆਉਣਾ ਫਿਰ ਗੁਰੂ ਸਾਹਿਬ ਦੇ ਦਰ ਤੇ। ਆ ਗੁਰਬਾਣੀ, ਗੁਰਮਤ ਜਿਹੜੀ ਹੈ, ਗੁਰਬਾਣੀ ਜਿਹੜੀ ਹੈ, ਇਹ ਦੁੱਧ ਹੈ। ਇਹਦੇ ਵਿੱਚ ਪ੍ਰੇਮ ਦਾ ਜਾਗ ਲਾ ਕੇ ਅਸੀਂ ਇਹਨੂੰ ਰਿੜਕ ਕੇ ਤਤ ਤੱਕ ਪਹੁੰਚਣਾ ਹੈ। ਇਸ ਲਈ ਸਭ ਕਹਿੰਦੇ ਕਰਮ ਕਾਂਡ ਇੱਕ ਨਹੀਂ, ਹਜ਼ਾਰਾਂ ਕਰ ਲਓ। ਹਾਰ ਕੇ ਆਉਣਾ ਫਿਰ ਤੁਹਾਨੂੰ ਇਸੇ ਦਰ ਤੇ ਪੈਣਾ ਹੈ ਤੇ ਬੇਨਤੀ ਕਰਨੀ ਪਏਗੀ ਕਿ ਮਹਾਰਾਜ ਜੀਓ, ਮੈਂ ਇੱਕ ਨਹੀਂ ਅਨੇਕ ਕਰਮ ਕੀਤੇ ਨੇ, ਪਰ ਤਤ ਦੀ ਸਮਝ ਨਹੀਂ ਆਈ ਮੈਨੂੰ। ਜਿਸ ਤਰ੍ਹਾਂ ਮੈਨੂੰ ਕਿਸੇ ਨੇ ਆਖਿਆ, ਮੈਂ ਉਸੇ ਤਰ੍ਹਾਂ ਦਾ ਹੀ ਕਰਮ ਕੀਤਾ। ਨਿਉਲੀ ਕਰਮ ਬੜੇ ਕੀਤੇ, ਅੰਨ ਛੱਡ ਕੇ ਵਰਤ ਬੜੇ ਰੱਖੇ, ਤੀਰਥਾਂ ਦੇ ਕੰਢੇ ਤੇ ਜਾ ਕੇ ਬੜਾ ਚਿਰ ਬੈਠਣਾ ਕੀਤਾ, ਜੰਗਲਾਂ ਵਿੱਚ ਵੀ ਭਟਕਦੇ ਰਹੇ ਤੇ ਪਹਾੜਾਂ ਦੀਆਂ ਚੋਟੀਆਂ ਵੀ ਜੜੀਆਂ, ਉਹਨਾਂ ਦੀਆਂ ਸੈਰਾਂ ਵੀ ਕਰ ਲਈਆਂ, ਪਰ ਤਤ ਦੀ ਸਮਝ ਨਹੀਂ ਆਈ। ਇਸ ਲਈ ਮੈਂ ਕੀਏ ਕਰਮ ਅਨੇਕਾਂ, ਅਨੇਕਾਂ ਕਰਮ ਕੀਤੇ, ਤਤ ਦੀ ਸਮਝ ਨਹੀਂ ਆਈ। ਹਾਰ ਪਰਿਓ ਸੁਆਮੀ ਕੈ ਦੁਆਰੇ, ਮੈਂ ਦੀਜੈ ਬੁੱਧ ਬਵੇਕਾ। ਮੈਨੂੰ ਬਵੇਕ ਬੁੱਧੀ ਦਿਓ, ਜਿਹਦੇ ਨਾਲ ਮੈਂ ਵਿਚਾਰ ਕੇ ਤਤ ਤੱਕ ਪਹੁੰਚ ਸਕਾਂ। ਅਸੀਂ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਪਾਉਣਾ ਹੈ, ਕੁਦਰਤ ਵਿੱਚ ਰਹਿ ਕੇ ਕਾਦਰ ਨੂੰ ਅਸੀਂ ਪਾਉਣਾ ਹੈ। ਇਸ ਲਈ ਸਾਹਿਬ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋਣਾ ਕੀਤਾ, ਜਿਨ੍ਹਾਂ ਨੇ ਗੁਰੂ ਕੋਲੋਂ ਗੁਰਮਤ ਲਈ, ਉਹਨਾਂ ਨੇ ਫਿਰ ਗੁਰੂ ਦੇ ਰਾਹੀਂ ਤਤ ਵਿਚਾਰ, ਤਤ ਨੂੰ ਵਿਚਾਰਿਆ। ਇਹ ਬਾਣੀ ਕਿਹਦੀ ਹੈ? ਬ੍ਰਹਮ ਦੀ। ਅਸੀਂ ਬ੍ਰਹਿਮੰਡ ਵਿੱਚ ਰਹਿ ਰਹੇ ਹਾਂ। ਇਸ ਬ੍ਰਹਿਮੰਡ ਦੇ ਵਿੱਚ ਜੇ ਆਹ ਪਵਿੱਤਰ ਬਾਣੀ ਸਾਨੂੰ ਦਿੱਤੀ ਹੈ, ਤੇ ਇਹ ਪਵਿੱਤਰ ਬਾਣੀ ਕਿਹਦੀ ਹੈ? ਇਹ ਬ੍ਰਹਮ ਦੀ ਵਿਚਾਰ ਹੈ। ਅਸੀਂ ਹਜੇ ਗੁਰਬਾਣੀ ਨੂੰ ਨਹੀਂ ਸਮਝ ਸਕੇ, ਗੱਲ ਵੱਖਰੀ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਇਹਦੇ ਵਿੱਚ ਬ੍ਰਹਮ ਦੀ ਵਿਚਾਰ ਹੈ। ਅਸੀਂ ਇਹਨੂੰ ਗੀਤ ਨਾ ਸਮਝ ਲਈਏ ਤੇ ਗੀਤਾਂ ਦੇ ਆਧਾਰ ਤੇ ਹੀ ਇਹਨੂੰ ਗਾਉਂਦੇ ਨਾ ਰਹਿ ਜਾਈਏ। ਇਹ ਬ੍ਰਹਮ ਦੀ ਵਿਚਾਰ ਹੈ। ਇਹਦੇ ਵਿੱਚ ਸਾਨੂੰ ਤਤ ਪਤਾ ਲੱਗਣਾ ਹੈ। ਇਹਦੇ ਵਿੱਚ ਅਸੀਂ ਬ੍ਰਹਮ ਦੀ ਵਿਚਾਰ ਕਰਕੇ ਆਪਣੇ ਅੰਦਰ ਨੂੰ ਸ਼ਿੰਗਾਰਨਾ ਹੈ, ਆਪਣੇ ਅੰਦਰ ਦੇ ਦੁਹਾਗਣ ਵਾਲੇ ਅਵਗਣ ਨੂੰ ਕੱਢਣਾ ਹੈ।
ਇਸ ਕਿਉਂਕਿ ਮਹਾਰਾਜ ਕਹਿੰਦੇ ਜੇ ਮਨਮੁਖ ਦੁਹਾਗਣ ਬਣ ਕੇ ਜੀਵਨ ਬਿਤਾਇਆ ਤੇ ਆਪਣੀ ਜ਼ਿੰਦਗੀ ਦਾ ਮੂਲ ਗਵਾ ਬੈਠੋਗੇ। ਜੇ ਸੁਹਾਗਣ ਗੁਰਮੁਖ ਬਣ ਕੇ ਚੱਲੋਗੇ ਤੇ ਜਨਮ ਸਵਾਰ ਕੇ ਜਾਓਗੇ। ਤੋ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਤਤ ਦੀ ਵਿਚਾਰ ਕੀਤੀ, ਤਤ ਨੂੰ ਵਿਚਾਰਿਆ ਹੈ, ਪ੍ਰੇਮ ਪਦਾਰਥ ਪਾਈਐ, ਉਹਨਾਂ ਨੇ ਫਿਰ ਪ੍ਰੇਮ ਨਾਮ ਵਾਲਾ ਉਹ ਪਦਾਰਥ ਪਾ ਲਿਆ ਜਿਹਦੇ ਵਿੱਚ ਪ੍ਰੇਮ ਹੀ ਪ੍ਰੇਮ ਹੈ। ਪ੍ਰੇਮ ਦੇ ਦੋ ਅਰਥ ਨੇ, ਇੱਕ ਪ੍ਰੇਮ ਪਿਆਰ, ਇੱਕ ਪ੍ਰੇਮ ਦਾ ਅਰਥ ਹੈ ਜਿਹਦੇ ਵਿੱਚੋਂ ਮੈਂ ਪਰੇ ਹੋ ਜਾਏ। ਨਾਮ ਦਾ ਪਦਾਰਥ ਗੁਰੂ ਦੇ ਸਨਮੁਖ ਹੋਣ ਵਾਲੇ ਜਿਹੜੇ ਗੁਰਸਿੱਖ ਸਨ, ਉਹਨਾਂ ਨੇ ਤਤ ਨੂੰ ਵਿਚਾਰ ਕੇ, ਬ੍ਰਹਮ ਨੂੰ ਵਿਚਾਰ ਕੇ, ਨਾਮ ਦਾ ਪਦਾਰਥ ਪਾ ਕੇ ਆਪਣੇ ਅੰਦਰ ਪ੍ਰਭੂ ਦਾ ਪਿਆਰ ਜਿਹੜਾ ਸੀ ਉਹ ਪੈਦਾ ਕਰ ਲਿਆ। ਸਾ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸ਼ਿੰਗਾਰ। ਸਾ ਧਨ, ਇੱਥੇ ਸਾ ਧਨ ਦਾ ਅਰਥ ਹੈ ਉਹ ਜੀਵ ਇਸਤਰੀ। ਹੁਣ ਜੀਵ ਇਸਤਰੀ ਨੇ ਗੁਰੂ ਦੇ ਸ਼ਬਦ ਵਿੱਚ ਆਪਣੇ ਅੰਦਰ ਨੂੰ ਸ਼ਿੰਗਾਰਿਆ। ਪਹਿਲਾਂ ਹੀ ਬੇਨਤੀ ਕੀਤੀ, ਇੱਕ ਤਨ ਦਾ ਸ਼ਿੰਗਾਰ ਹੈ, ਤਾਂ ਕਾਇਆ ਜਿਹੜੀ ਹੈ ਇਹ ਬਾਹਰੋਂ ਸ਼ਿੰਗਾਰ ਹੈ, ਇੱਕ ਅੰਦਰ ਜੀਵ ਇਸਤਰੀ ਦਾ ਸ਼ਿੰਗਾਰ ਹੈ। ਅਸੀਂ ਸਾਰੀ ਜ਼ਿੰਦਗੀ ਤਨ ਕਰਕੇ ਹੀ ਬਾਹਰੋਂ ਸ਼ਿੰਗਾਰਦੇ ਨਾ ਰਹੀਏ ਆਪਣੇ ਆਪ ਨੂੰ, ਕਿਉਂਕਿ ਇਹ ਤਨ ਤਾਂ ਇੱਕ ਦਿਨ ਮਿੱਟੀ ਹੋ ਜਾਣਾ ਹੈ। ਜੇ ਸ਼ਿੰਗਾਰਨਾ ਹੈ ਤੇ ਆਪਣੇ ਅੰਦਰ ਨੂੰ ਸ਼ਿੰਗਾਰੋ, ਆਪਣੀ ਸੋਚ, ਆਪਣੀ ਵਿਚਾਰ, ਇਹਨੂੰ ਸ਼ਿੰਗਾਰੋ। ਤੁਹਾਡੇ ਅੰਦਰ ਦੀ ਵਿਚਾਰ ਸੁੰਦਰ ਹੋਣੀ ਚਾਹੀਦੀ ਹੈ, ਖਿਆਲ ਤੁਹਾਡੇ ਅੰਦਰ ਚੰਗੇ ਹੋਣੇ ਚਾਹੀਦੇ ਹੈ, ਤੁਹਾਡਾ ਜੀਵਨ ਅੰਦਰੋਂ ਨੇਕ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸ਼ਬਦ ਨਾਲ ਜਿਹਨੇ ਅੰਦਰ ਨੂੰ ਸ਼ਿੰਗਾਰ ਲਿਆ, ਉਸ ਜੀਵ ਇਸਤਰੀ ਨੇ ਆਪਣਾ ਆਪਾ ਗਵਾ ਲਿਆ, ਭਾਵ ਆਪਣੇ ਅੰਦਰ ਦੀ ਜਿਹੜੀ ਹਉਮੈ ਵਾਲੀ ਅਵਸਥਾ ਸੀ ਉਹਨੂੰ ਖਤਮ ਕਰ ਲਿਆ। ਹੁਣ ਅੰਦਰ ਮੈਂ ਨਹੀਂ ਹੈ, ਹੁਣ ਅੰਦਰ ਮੈਂ ਦੀ ਆਵਾਜ਼ ਹੀ ਕੋਈ ਨਹੀਂ ਆਉਂਦੀ, ਹਉਮੈ ਦੀ ਬੋਲੀ ਨਿਕਲਦੀ ਹੋਈ ਨਹੀਂ। ਹੁਣ ਜਿਹਨੇ ਗੁਰੂ ਦੇ ਸ਼ਬਦ ਵਿੱਚ, ਧਿਆਨ ਰੱਖਣਾ, ਕੈ ਜਿਹੜਾ ਹੈ ਨਾ, ਕੈ ਕੱਕੇ ਨੂੰ ਦੋ ਲਾਵਾਂ, ਇਹ ਗੁਰਬਾਣੀ ਦੇ ਵਿਸ਼ੇ ਦੇ ਮੁਤਾਬਕ ਇਹਦੇ ਅਰਥ ਹੋਣੇ ਨੇ। ਕੈ ਦਾ ਅਰਥ ਜਾਂ ਵੀ ਹੁੰਦਾ ਹੈ, ਕੈ ਦਾ ਅਰਥ ਦੇ ਵੀ ਹੁੰਦਾ ਹੈ। ਇੱਥੇ ਜਿਵੇਂ ਅਸੀਂ ਪੰਗਤੀ ਸਰਵਣ ਕੀਤੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾ ਰਹੇ ਨੇ। ਸਾਹਿਬ ਕਹਿੰਦੇ ਗੁਰ ਕੈ ਸ਼ਬਦ ਸ਼ਿੰਗਾਰ, ਗੁਰੂ ਦੇ ਸ਼ਬਦ ਵਿੱਚ। ਹੁਣ ਕੈ ਦਾ ਇੱਥੇ ਅਰਥ ਦੇ ਆਏਗਾ। ਜਾਂ ਅਸੀਂ ਅੰਮ੍ਰਿਤ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਕਰਤੇ ਕੀ ਮਿਤ ਕਰਤਾ ਜਾਣੇ, ਕੈ ਜਾਣੈ ਗੁਰ ਸੂਰਾ, ਉੱਥੇ ਕੈ ਦਾ ਅਰਥ ਆਏਗਾ ਜਾਂ। ਹੁਣ ਇੱਥੇ ਅਰਥ ਆਏਗਾ ਦੇ। ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਅੰਮ੍ਰਿਤ ਬਚਨ ਪੜ੍ਹਦੇ ਹਾਂ। ਸਾਹਿਬ ਜੀ ਕਹਿੰਦੇ ਨੇ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਇਸ ਲਈ ਜਿਸ ਤਰ੍ਹਾਂ ਦੀ ਵਿਚਾਰ ਚੱਲ ਰਹੀ ਹੈ, ਅਰਥ ਉਸੇ ਮੁਤਾਬਕ ਹੀ ਕਰਨੇ ਪੈਣਗੇ। ਇੱਥੇ ਕੈ ਦਾ ਅਰਥ ਹੁਣ ਜਾਂ ਨਹੀਂ, ਇੱਥੇ ਕੈ ਦਾ ਅਰਥ ਹੈ ਦੇ। ਸ਼ਬਦ ਦੇ, ਸ਼ਬਦ ਦੇ ਵਿੱਚ ਜਿਹਨੇ ਆਪਣੇ ਅੰਦਰ ਨੂੰ ਸ਼ਿੰਗਾਰਿਆ ਹੈ। ਸ਼ਬਦ ਦੇ ਦੱਦੇ ਨੂੰ ਸਿਹਾਰੀ, ਧਿਆਨ ਰੱਖਿਓ, ਇਹ ਜਿਹੜੀ ਲੱਗ ਮਾਤਰ ਸਿਹਾਰੀ ਬਿਹਾਰੀ ਹੁੰਦੀ ਹੈ, ਇਹ ਇਹਦੇ ਨਾਲ ਹੀ ਅਰਥ ਬਣਨੇ ਨੇ। ਸ਼ਬਦ ਦੇ ਦੱਦੇ ਨੂੰ ਸਿਹਾਰੀ ਦਾ ਮਤਲਬ ਹੈ ਸ਼ਬਦ ਵਿੱਚ। ਗੁਰ ਕੈ ਸ਼ਬਦ ਸ਼ਿੰਗਾਰ, ਗੁਰੂ ਦੇ ਸ਼ਬਦ ਵਿੱਚ ਜਿਹਨੇ ਆਪਣੇ ਅੰਦਰ ਨੂੰ ਸ਼ਿੰਗਾਰ ਲਿਆ ਹੈ। ਹੁਣ ਬਾਹਰੋਂ ਤੇ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਆਪਣੀਆਂ ਅੱਖਾਂ ਸ਼ਿੰਗਾਰਨੀਆਂ ਨੇ, ਆਪਣੇ ਚਿਹਰੇ ਨੂੰ ਅਸੀਂ ਸ਼ਿੰਗਾਰਨਾ ਹੈ, ਹੱਥ ਪੈਰ ਸ਼ਿੰਗਾਰਨੇ ਨੇ, ਪਰ ਅੰਦਰ ਕੀ ਸ਼ਿੰਗਾਰੀਏ? ਕੀ ਹੈ ਅੰਦਰ ਸ਼ਿੰਗਾਰਨ ਵਾਸਤੇ? ਮਹਾਰਾਜ ਕਹਿੰਦੇ ਸੁਰਤ ਮਤ ਮਨ ਬੁੱਧ, ਇਹਨੂੰ ਅੰਦਰੋਂ ਸ਼ਿੰਗਾਰਨਾ ਹੈ। ਇਹ ਗੁਰੂ ਦੇ ਸ਼ਬਦ ਵਿੱਚ ਹੀ ਸ਼ਿੰਗਾਰਿਆ ਜਾਣਾ ਹੈ, ਇਹ ਕਰਮ ਕਾਂਡ ਕਰਕੇ ਨਹੀਂ ਸ਼ਿੰਗਾਰਿਆ ਜਾਣਾ।
ਇਸ ਲਈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਵਿੱਚ ਆਪਣੇ ਅੰਦਰ ਨੂੰ ਸ਼ਿੰਗਾਰ ਲਿਆ, ਆਪਣੇ ਅੰਦਰ ਨੂੰ ਸੁੰਦਰ ਬਣਾ ਲਿਆ, ਸਾ ਧਨ ਆਪ ਗਵਾਇਆ, ਉਸ ਜੀਵ ਇਸਤਰੀ ਨੇ ਆਪਣਾ ਆਪਾ ਖਤਮ ਕਰ ਦਿੱਤਾ। ਉਸ ਜੀਵ ਇਸਤਰੀ ਦੇ ਅੰਦਰੋਂ ਹਉਮੈ ਹੰਕਾਰ ਅੰਦਰੋਂ ਦੀ ਮਿਟ ਗਿਆ। ਅੰਦਰ ਹੁਣ ਮੈਂ ਦੀ ਆਵਾਜ਼ ਨਹੀਂ ਆਉਂਦੀ। ਜਿਹਨੇ ਗੁਰੂ ਦੇ ਸ਼ਬਦ ਵਿੱਚ ਅੰਦਰ ਸ਼ਿੰਗਾਰਿਆ, ਉਹਦੇ ਅੰਦਰੋਂ ਮੈਂ ਦੀ ਆਵਾਜ਼ ਨਹੀਂ ਆਉਂਦੀ। ਉਹਦੇ ਅੰਦਰੋਂ ਆਵਾਜ਼ ਆਉਂਦੀ, ਕਬੀਰ ਤੂੰ ਕਰਤਾ, ਤੂੰ ਹੁਆ ਮੁਝ ਮੇ ਰਹਾ ਨਾ ਹੂੰ। ਕਹਿੰਦੇ ਹੁਣ ਅੰਦਰ ਹਉਮੈ ਰਹੀ ਕੋਈ ਨਹੀਂ, ਕਿਉਂਕਿ ਸਾ ਧਨ ਆਪ ਗਵਾਇਆ। ਉਸ ਜੀਵ ਇਸਤਰੀ ਨੇ ਆਪਣਾ ਆਪਾ ਗਵਾ ਦਿੱਤਾ, ਮਿਟਾ ਦਿੱਤਾ, ਖਤਮ ਕਰ ਦਿੱਤਾ। ਅੰਦਰ ਹੁਣ ਆਪਣੇ ਅੰਦਰ ਦੀ ਮੈਂ ਨੂੰ ਖਤਮ ਕਰ ਦਿੱਤਾ। ਹੁਣ ਬਸ ਤੂੰ ਹੀ ਤੂੰ, ਕਿਉਂਕਿ ਉਹਨੂੰ ਕਹਿ ਰਿਹਾ ਜਿਹਦੇ ਨਾਮ ਦਾ ਸ਼ਿੰਗਾਰ ਅੰਦਰ ਹੋ ਗਿਆ। ਤੇ ਗੁਰੂ ਸਾਹਿਬ ਤੋਂ ਬਿਨਾਂ ਇਹ ਗੱਲ ਨਹੀਂ ਬਣਨੀ। ਇਸ ਲਈ ਗੁਰੂ ਦੇ ਸ਼ਬਦ ਵਿੱਚ ਜਿਹਨੇ ਸ਼ਿੰਗਾਰਿਆ ਹੈ, ਉਹਨੇ ਆਪਣਾ ਆਪਾ ਅੰਦਰੋਂ ਮਿਟਾ ਦਿੱਤਾ। ਤੇ ਜਦੋਂ ਆਪਣਾ ਅੰਦਰ ਆਪਾ ਮਿਟ ਗਿਆ, ਘਰ ਹੀ ਸੋ ਪਿਰ ਪਾਇਆ। ਘਰ ਹਿਰਦਾ, ਪਿਰ ਪਤੀ। ਜਿਸ ਪਤੀ ਪਰਮੇਸ਼ਵਰ ਨੂੰ ਪਾਉਣ ਵਾਸਤੇ ਜੰਗਲ ਦੀਆਂ ਗਹਿਰਾਈਆਂ ਤੱਕ ਚਲੇ ਗਏ, ਜੰਗਲ ਵਿੱਚ ਰਹਿ ਕੇ ਭੁੱਖਣ ਭਾਣੇ ਆਪਣੀ ਜ਼ਿੰਦਗੀ ਦਾ ਸਮਾਂ ਲੰਘਾ ਦਿੱਤਾ ਵੀ ਕਿਸੇ ਤਰ੍ਹਾਂ ਪਤੀ ਪਰਮੇਸ਼ਵਰ ਮਿਲ ਜਾਏ। ਪਰ ਹੋਇਆ ਕੀ? ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਆਹ ਹਾਲਤ ਹੋ ਗਈ, ਹਜੇ ਵੀ ਰੱਬ ਪਰਮੇਸ਼ਵਰ ਪਤੀ ਨਹੀਂ ਮਿਲਿਆ। ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਆਪਾਂ ਪੜ੍ਹਦੇ ਹਾਂ। ਫਰੀਦਾ ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ। ਜੰਗਲ ਵਿੱਚ ਬੈਠ ਕੇ ਆਹ ਹਾਲਤ ਹੋ ਗਈ ਹੈ। ਹਜੇ ਵੀ ਪਿਆਰੇ ਨੂੰ ਮਿਲਣ ਦੀ ਆਸ ਅੰਦਰ ਹੈ, ਮਿਲਿਆ ਨਹੀਂ ਪਿਆਰਾ, ਹਜੇ ਵੀ ਅੰਦਰ ਉਹਦੀ ਤੜਪ ਲੱਗੀ ਹੋਈ ਹੈ। ਇਸ ਲਈ ਸਾਨੂੰ ਵੀ ਉਹਨਾਂ ਨੇ ਹਲੂਣਾ ਦੇ ਕੇ ਆਖਿਆ, ਫਰੀਦਾ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਐ, ਜੰਗਲ ਕਿਆ ਟੁੰਡੇ। ਤੇਰੇ ਘਰ ਦੇ ਅੰਦਰ ਤੇਰਾ ਪਤੀ ਬੈਠਾ ਹੋਇਆ ਤੇ ਤੂੰ ਬਾਹਰ ਢੂੰਡਦਾ ਫਿਰਦਾ, ਤੂੰ ਬਾਹਰ ਉਹਨੂੰ ਲੱਭਦੀ ਫਿਰਦੀ ਆ। ਜੀਵ ਇਸਤਰੀ ਨੂੰ ਆਖਿਆ, ਬਾਹਰ ਨਹੀਂ ਕਿਤੇ ਮਿਲਣਾ, ਸਭ ਕੁਛ ਘਰ ਮੈਂ, ਬਾਹਰ ਨਾਹੀ ਬਾਹਰ ਟੋਲੇ, ਸੋ ਭਰਮ ਭੁਲਾਏ। ਬਾਹਰ ਤੇ ਭਰਮ ਹੈ, ਬਾਹਰ ਤੇ ਭੁਲੇਖੇ ਨੇ। ਬਾਹਰ ਤਾਂ ਕਈ ਤਰ੍ਹਾਂ ਦੇ ਭੁਲੇਖੇ ਆ ਪਾਉਂਦੇ ਹੀ ਨੇ। ਜਿਹੜੇ ਰੱਬ ਬਣ ਕੇ ਗੱਦੀਆਂ ਲਾ ਕੇ ਬੈਠੇ ਆ, ਇਹ ਭੁਲੇਖੇ ਹੀ ਪਾਉਂਦੇ ਨੇ, ਹੋਰ ਕੀ ਕਰਦੇ ਨੇ। ਉਹ ਕਹਿੰਦੇ ਅਸੀਂ ਰੱਬ ਆ, ਤੁਸੀਂ ਸਾਨੂੰ ਰੱਬ ਜਿਹੜਾ ਉਹ ਮੰਨ ਕੇ ਪੂਜੋ, ਤੇ ਫਿਰ ਇਹ ਭੁਲੇਖੇ ਹੀ ਨੇ, ਹੋਰ ਕੀ ਨੇ। ਬਾਹਰ ਢੂੰਡਾਂਗੇ ਤੇ ਇਹੋ ਜਿਹਿਆਂ ਦੇ ਹੱਥਾਂ ਵਿੱਚ ਆ ਕੇ ਬਰਬਾਦ ਹੋ ਜਾਵਾਂਗੇ। ਅਸੀਂ ਸਭ ਕੁਝ ਲੁਟਾ ਬੈਠਾਂਗੇ, ਰੱਬ ਫਿਰ ਨਹੀਂ ਮਿਲਣਾ। ਇਸ ਲਈ ਸਾਹਿਬ ਕਹਿੰਦੇ ਤੂੰ ਗੁਰੂ ਦੇ ਸ਼ਬਦ ਵਿੱਚ ਅੰਦਰ ਨੂੰ ਸ਼ਿੰਗਾਰ ਕੇ ਆਪਣਾ ਆਪਾ ਮਿਟਾ ਕੇ ਵੇਖ, ਘਰ ਹੀ ਸੋ ਪਿਰ ਪਾਇਆ। ਤੈਨੂੰ ਤੇਰੇ ਹਿਰਦੇ ਰੂਪੀ ਘਰ ਵਿੱਚੋਂ ਹੀ ਪਤੀ ਨੇ ਮਿਲ ਜਾਣਾ। ਤੂੰ ਹਉਮੈ ਦੀ ਦੀਵਾਰ ਨੂੰ ਤੋੜ ਕੇ ਤਾਂ ਵੇਖ, ਤੂੰ ਉਸ ਕੂੜ ਦੇ ਪਰਦੇ ਨੂੰ ਜਿਹੜਾ ਉਹ ਹਟਾ ਕੇ ਤਾਂ ਵੇਖ। ਪਰਦਾ ਕੂੜ ਦਾ ਕੀਤਾ ਹੋਇਆ ਤੇ ਪਤੀ ਪਰਮੇਸ਼ਵਰ ਨੇ ਮਿਲਣਾ ਸਚਿਆਰ ਨਾਲ। ਤੇਰਾ ਜੀਵਨ ਕੁੜਿਆਰ ਵਾਲਾ ਹੈ, ਕੁੜਿਆਰ ਨਾਲ ਪਤੀ ਪਰਮੇਸ਼ਵਰ ਨਹੀਂ ਮਿਲਣਾ, ਕਿਉਂਕਿ ਕੂੜ ਦਾ ਪਰਦਾ ਹੈ। ਸਚਿਆਰ ਹੋਣਾ ਪੈਣਾ, ਸੱਚ ਦੇ ਰਾਹ ਤੇ ਤੁਰਨਾ ਪੈਣਾ, ਤਾਂ ਪਤੀ ਪਰਮੇਸ਼ਵਰ ਨੇ ਆਪੇ ਹੀ ਮਿਲ ਪੈਣਾ। ਆਪਣੇ ਅੰਦਰ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ ਤਾਂ ਪਰਮੇਸ਼ਵਰ ਨੂੰ ਪਾਉਣ ਦੀ ਲੋੜ ਨਹੀਂ, ਆਪੇ ਹੀ ਮਿਲਾਪ ਹੋ ਜਾਣਾ। ਅੰਦਰ ਨੂੰ ਸਵਾਰਦੇ ਕੋਈ ਨਹੀਂ ਪਏ, ਬਾਹਰ ਦੇ ਕਰਮ ਕਾਂਡਾਂ ਵਿੱਚ ਫਸੇ ਹੋਏ ਆ, ਬਾਹਰ ਨੂੰ ਹੀ ਸ਼ਿੰਗਾਰਨ 'ਚ ਲੱਗੇ ਆ, ਫਿਰ ਪਤੀ ਪਿਆਰਾ ਕਿਵੇਂ ਮਿਲੇਗਾ। ਬਾਬਾ ਫਰੀਦ ਸਾਹਿਬ ਨੇ ਹੀ ਸਮਝਾਇਆ ਸੀ ਕਿ ਆਪ ਸਵਾਰੈ ਮੈਂ ਮਿਲਿਆ ਸੁਖ ਹੋਏ ਫਰੀਦਾ,
ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਹੁਣ ਅੰਦਰ ਝਾਤੀ ਮਾਰੀਏ ਕਿ ਜੇ ਤੂੰ ਮੇਰਾ ਹੋਏ ਰਹੇ, ਕਿ ਉਹ ਮਾਲਕ ਨੂੰ ਅਸੀਂ ਆਪਣਾ ਸਮਝਦੇ ਹਾਂ, ਅਸੀਂ ਉਹਦੇ ਬਣ ਕੇ ਚੱਲ ਰਹੇ ਹਾਂ? ਨਹੀਂ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਉਹਨੂੰ ਤੇ ਪਰਾਇਆ ਕੀਤਾ ਹੋਇਆ ਹੈ। ਅਸੀਂ ਤੇ ਬਾਹਰ ਜਿਹੜੇ ਰੱਬ ਬਣ ਕੇ ਗੱਦੀਆਂ ਲਾ ਕੇ ਬੈਠੇ ਆ ਉਹਨਾਂ ਨੂੰ ਆਪਣਾ ਸਮਝਦੇ ਆ, ਤੇ ਜਿਹੜਾ ਅਸਲ ਵਿੱਚ ਆਪਣਾ ਉਹਨੂੰ ਤੇ ਪਰਾਇਆ ਕਰ ਦਿੱਤਾ ਅਸੀਂ। ਇਸ ਲਈ ਸਾਹਿਬ ਕਹਿੰਦੇ ਗੁਰੂ ਦੇ ਸ਼ਬਦ ਵਿੱਚ ਸ਼ਿੰਗਾਰ, ਗੁਰੂ ਦਾ ਸ਼ਬਦ ਤੈਨੂੰ ਕਿਸੇ ਭਰਮ ਵਿੱਚ ਨਹੀਂ ਪਾਏਗਾ। ਗੁਰੂ ਸਾਹਿਬ ਦਾ ਸ਼ਬਦ ਤੈਨੂੰ ਭਰਮ ਵਿੱਚੋਂ ਬਾਹਰ ਕੱਢੇਗਾ, ਤੈਨੂੰ ਭਰਮ ਵਿੱਚ ਪਾਏਗਾ ਨਹੀਂ। ਇਸੇ ਲਈ ਆਪਾਂ ਗੁਰੂ ਸਾਹਿਬ ਅੱਗੇ ਖਲੋ ਕੇ ਕਹਿੰਦੇ ਆ, ਮਹਾਰਾਜ ਦੱਸੋ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੈ ਪਾਲ। ਤੇ ਸਤਿਗੁਰੂ ਜੀ ਕਹਿੰਦੇ ਫਿਰ ਸ਼ਬਦ ਵਿੱਚ ਆਪਣੇ ਅੰਦਰ ਨੂੰ ਸ਼ਿੰਗਾਰ। ਜਦੋਂ ਤੂੰ ਅੰਦਰ ਨੂੰ ਸ਼ਿੰਗਾਰ ਕੇ ਆਪਣਾ ਆਪਾ ਮਿਟਾ ਦੇਂਗਾ, ਤੇਰੇ ਘਰ ਵਿੱਚ ਹੀ ਤੈਨੂੰ ਤੇਰਾ ਪਿਆਰਾ ਮਿਲ ਜਾਏਗਾ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਘਰ ਹੀ ਸੋ ਪਿਰ ਪਾਇਆ। ਕਿਵੇਂ ਪਾਇਆ? ਗੁਰ ਕੈ ਹੇਤ ਅਪਾਰ, ਗੁਰ ਕੈ ਹੇਤ, ਗੁਰੂ ਦੇ ਪਿਆਰ ਦੇ ਸਦਕਾ। ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜਿਹੜਾ ਪਿਆਰ ਪਾਇਆ ਨਾ, ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਜਿਹੜਾ ਬਾਣੀ ਨਾਲ ਪਿਆਰ ਪਾ ਲਿਆ, ਉਸ ਬਾਣੀ ਦੇ ਪਿਆਰ ਦੇ ਸਦਕੇ ਅਪਾਰ ਪਤੀ ਪਰਮੇਸ਼ਵਰ ਘਰ ਦੇ ਵਿੱਚ ਹੀ ਮਿਲ ਗਿਆ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਬਾਹਰ ਦਾ ਢੂੰਡਣਾ ਛੋਟੀ ਗਿਆ। ਕੋਈ ਕਹਿੰਦਾ ਸੀ ਫਲਾਣੇ ਤੀਰਥ ਤੇ ਜਾ ਕੇ ਬੈਠ, ਆਹ ਵਾਲਾ ਦਾਨ ਪੁੰਨ ਕਰ, ਤੈਨੂੰ ਰੱਬ ਮਿਲ ਜਾਏਗਾ। ਕਿਸੇ ਨੇ ਆਖਿਆ ਕੋਈ ਚਿੰਤਾ ਨਾ ਕਰ, ਤੇਰੇ ਮਰਨ ਤੋਂ ਬਾਅਦ ਤੇਰੇ ਪਰਿਵਾਰ ਵਾਲੇ ਤੇਰਾ ਪਿੰਡ ਦਾਨ ਕਰ ਦੇਣਗੇ ਤੇ ਤੇਰੀ ਮੁਕਤੀ ਹੋ ਜਾਏਗੀ। ਕਿਸੇ ਨੇ ਆਖਿਆ ਤੂੰ ਫਲਾਣੇ ਪਹਾੜ ਦੀ ਚੋਟੀ ਤੇ ਜਾ, ਕਿਸੇ ਨੇ ਆਖਿਆ ਤੂੰ ਫਲਾਣੀ ਥਾਂ ਤੇ ਜਾ। ਬਾਹਰ ਢੂੰਡਣ ਤੇ ਛੂਟ ਪਰੇ, ਛੁੱਟ ਗਿਆ ਬਾਹਰੋਂ ਢੂੰਡਣਾ, ਕਿਉਂਕਿ ਗੁਰ ਘਰ ਹੀ ਮਾਹੇ ਦਿਖਾਇਆ ਥਾ। ਹੁਣ ਅਸੀਂ ਕਿਹੜੇ ਪਾਸੇ ਜਾਣਾ? ਜਿਹੜਾ ਸਾਨੂੰ ਕਹਿੰਦਾ ਹੈ ਵੀ ਫਲਾਣੀ ਥਾਂ ਤੇ ਜਾ, ਆਹ ਕੰਮ ਕਰ ਤੇ ਤੈਨੂੰ ਰੱਬ, ਉਸ ਪਾਸੇ ਜਾਣਾ ਕਿ ਆਪਣੇ ਘਰ ਅੰਦਰ ਹੀ ਪਰਮੇਸ਼ਵਰ ਨੂੰ ਪਾਉਣਾ? ਇਹ ਅਸੀਂ ਜਿਹੜਾ ਇਹ ਫੈਸਲਾ ਸਾਡਾ ਆਪਣਾ ਹੋਏਗਾ, ਕਿਉਂਕਿ ਸਾਡੇ ਫੈਸਲੇ ਨੇ ਹੀ ਸਾਨੂੰ ਫਲ ਦੇਣਾ ਹੈ। ਦੋ ਰਸਤੇ ਦਿਖਾ ਦਿੱਤੇ ਨੇ, ਇੱਕ ਆਹ ਰਸਤਾ, ਇੱਕ ਆਹ ਰਸਤਾ। ਹੁਣ ਇਸ ਰਸਤੇ ਵਿੱਚ ਮੰਜ਼ਿਲ ਕੋਈ ਨਹੀਂ ਆਉਣੀ, ਇਸ ਰਸਤੇ ਵਿੱਚ ਤੁਰਿਆ ਮੰਜ਼ਿਲ ਆਏਗੀ। ਫੈਸਲਾ ਅਸੀਂ ਕਰਨਾ ਹੈ, ਤੇ ਜੋ ਸਾਡਾ ਫੈਸਲਾ ਹੋਏਗਾ ਫਲ ਵੀ ਉਸੇ ਤਰ੍ਹਾਂ ਦਾ ਮਿਲਣਾ ਹੈ। ਸਾਡੀ ਹੀ ਸੋਚ ਨੂੰ ਫਲ ਲੱਗਣਾ ਹੈ, ਸਾਡੀ ਹੀ ਭਾਵਨਾ ਨੂੰ ਫਲ ਲੱਗਣਾ ਹੈ। ਜੇ ਭਾਵਨਾ ਚੰਗੀ ਹੋਏਗੀ ਚੰਗਾ ਫਲ ਲੱਗ ਜਾਏਗਾ, ਸੋਚ ਮਾੜੀ ਹੋਏਗੀ ਤਾਂ ਮਾੜਾ ਫਲ ਲੱਗ ਜਾਏਗਾ। ਇਸ ਲਈ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਲ ਪਿਆਰ ਪਾਇਆ, ਗੁਰੂ ਦੇ ਪਿਆਰ ਸਦਕਾ ਅਪਾਰ ਪਤੀ ਪਰਮੇਸ਼ਵਰ ਜਿਹੜਾ ਸੀ ਨਾ, ਉਹ ਘਰ ਹੀ ਸੋ ਪਿਰ ਪਾ ਲਿਆ। ਉਹਨਾਂ ਨੇ ਸੁਹਾਗਣਾ ਨੇ, ਉਹਨਾਂ ਗੁਰਮੁਖਾਂ ਨੇ, ਉਹਨਾਂ ਜੀਵ ਇਸਤਰੀਆਂ ਨੇ ਪਤੀ ਪਰਮੇਸ਼ਵਰ ਨੂੰ ਘਰ ਵਿੱਚ ਪਾ ਲਿਆ ਗੁਰੂ ਦੇ ਪਿਆਰ ਦੇ ਸਦਕਾ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਏ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ। ਹੁਣ ਜਦੋਂ ਆਖਿਆ ਨਾ ਗੁਰ ਕੈ ਹੇਤ ਅਪਾਰ, ਗੁਰ ਕੈ ਹੇਤ, ਗੁਰੂ ਦੇ ਪਿਆਰ ਵਿੱਚ ਅਪਾਰ ਪਤੀ ਦੀ ਪ੍ਰਾਪਤੀ ਘਰ ਵਿੱਚ ਹੀ ਹੋ ਗਈ। ਕਹਿੰਦੇ ਕਿਸ ਤਰ੍ਹਾਂ ਹੋਈ? ਕਿਉਂਕਿ ਗੁਰੂ ਦੀ ਸੇਵਾ ਵਿੱਚ ਚਾਕਰ ਬਣ ਕੇ ਚਾਕਰੀ ਕੀਤੀ। ਚਾਕਰੀ ਮੈਨੇ ਨੌਕਰੀ ਕਰਨੀ, ਤੇ ਕੀਤੀ ਕਿਹਨੇ ਆ? ਜਿਹੜਾ ਨੌਕਰ ਬਣ ਗਿਆ। ਜਿਹੜਾ ਨੌਕਰ ਬਣਿਆ ਉਹਨੇ ਹੀ ਨੌਕਰੀ ਕਰਨੀ ਹੈ ਨਾ। ਕਹਿੰਦੇ ਨੇ ਸਤਿਗੁਰੂ ਜੀ ਦੇ ਦਰ ਤੇ ਕੀਤੀ ਹੋਈ ਸੇਵਾ ਸਫਲ ਹੈ, ਪਰ ਜੇ ਕਿਤੇ ਮਨ ਨੂੰ ਚਾਕਰ ਬਣਾ ਕੇ
ਗੁਰੂ ਦੇ ਦਰ ਦੀ ਚਾਕਰੀ ਭਾਵਨਾ ਨਾਲ ਕੀਤੀ ਜਾਵੇ। ਤੇ ਜੇ ਅਸੀਂ ਗੱਲਾਂ ਘਨੇਰੀਆਂ ਕੀਤੀਆਂ, ਬਹੁਤੀਆਂ ਗੱਲਾਂ ਹਉਮੈ ਵਾਲੀਆਂ ਕੀਤੀਆਂ, ਤੇ ਫਿਰ ਮਹਾਰਾਜ ਕਹਿੰਦੇ ਸੇਵਾ ਕੀਤੀ ਥਾਂ ਨਹੀਂ ਪੈਣੀ। ਚਾਕਰ ਲੱਗੇ ਚਾਕਰੀ ਨਾਲੇ ਗਰਭ, ਵਾਦ ਗਰਭ ਹੰਕਾਰ ਵਿੱਚ ਆ ਕੇ ਵਾਦ ਵਿਵਾਦ ਝਗੜੇ ਵੀ ਕੀਤੇ। ਇੱਥੇ ਤਾਂ ਪਿਆਰ ਦੀਆਂ ਖੇਡਾਂ ਨਹੀਂ, ਇੱਥੇ ਹੰਕਾਰ ਦੀਆਂ ਖੇਡਾਂ ਨਹੀਂ। ਇੱਥੇ ਤਾਂ ਮਨ ਨੂੰ ਨੀਵਾਂ ਰੱਖ ਕੇ ਆ ਕੇ ਗੱਲ ਬਣਨੀ ਹੈ, ਮਨ ਨੂੰ ਉੱਚਾ ਰੱਖ ਕੇ ਨਹੀਂ। ਇੱਥੇ ਤਾਂ ਪਿਆਰ ਵਾਲਿਆਂ ਨੂੰ ਮੇਰੇ ਸਤਿਗੁਰੂ ਨੇ ਗਲ ਨਾਲ ਲਾਇਆ, ਹੰਕਾਰੀਆਂ ਨਿੰਦਕਾਂ ਨੂੰ ਨਹੀਂ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਅੱਜ ਵੀ ਤੇ ਕੱਲ ਵੀ, ਕਿ ਇਹ ਉਹ ਘਰ ਹੈ ਜਿਹਨੂੰ ਜਿੱਥੇ ਪਿਆਰ ਵਾਲੇ ਨੂੰ ਗਲ ਲਾਇਆ ਜਾਂਦਾ ਹੈ, ਜਿੱਥੇ ਹੰਕਾਰ ਵਾਲੇ ਨੂੰ ਨਹੀਂ। ਚਾਕਰ ਲੱਗੇ ਚਾਕਰੀ ਨਾਲੇ ਗਰਭ, ਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਕਹਿੰਦੇ ਮਾਲਕ ਦੀ ਬਖਸ਼ਿਸ਼ ਕਿਵੇਂ ਉਹਨੂੰ ਮਿਲ ਜਾਏਗੀ। ਇੱਥੇ ਇਹ ਉਹ ਘਰ ਹੈ ਜਿੱਥੇ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦੀਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਇਹ ਉਹ ਘਰ ਹੈ ਜਿੰਨਾ ਨੀਵੇਂ ਹੋ ਕੇ ਆਵਾਂਗੇ ਉਨੀਆਂ ਉੱਚੀਆਂ ਪਦਵੀਆਂ ਪਾ ਲਾਂਗੇ। ਇਹ ਉਹ ਘਰ ਹੈ ਜਿੰਨਾ ਉੱਚਾ ਹੋ ਕੇ ਆਵਾਂਗੇ ਉਨੇ ਨੀਵੇਂ ਹੋ ਕੇ ਰਹਿ ਜਾਵਾਂਗੇ। ਇੱਥੇ ਸਤਿਗੁਰੂ ਮਹਾਰਾਜ ਨੀਚਹਿ ਊਚ ਕਰੇ ਮੇਰਾ ਗੋਬਿੰਦ। ਇਤਿਹਾਸ ਜਿਨ੍ਹਾਂ ਨੇ ਰਾਤ ਸੁਣਿਆ, ਸਾਲਸ ਰਾਏ ਜੋਰੀ ਨੇ ਵੀ ਸ਼ਬਦ ਸੁਣਿਆ, ਤੇ ਸਾਲਸ ਰਾਏ ਜੋਰੀ ਦਾ ਨੌਕਰ ਜਿਹੜਾ ਸੀ ਨਾ, ਉਹਨੇ ਵੀ ਸ਼ਬਦ ਸੁਣਿਆ। ਉਹਨੇ ਇੱਕ ਸ਼ਬਦ ਸੁਣਿਆ ਤੇ ਉਸ ਸ਼ਬਦ ਵਿੱਚੋਂ ਅੰਦਰ ਦੀ ਖੇਡ ਸਮਝ ਲਈ। ਸਾਲਸ ਰਾਏ ਜੋਰੀ ਕਹਿੰਦਾ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਤੂੰ ਅਜੇ ਹੱਥ ਜੋੜ ਕੇ ਕਹਿੰਦਾ ਉਪਦੇਸ਼ ਦਿਓ, ਆ ਜਿਹੜਾ ਤੇਰੇ ਨਾਲ ਆਇਆ ਇਹਨੇ ਤੇ ਅੰਦਰ ਦੀ ਖੇਡ ਸਮਝ ਵੀ ਲਈ। ਸਾਲਸ ਰਾਏ ਇਹ ਤੇਰਾ ਗੋਲਾ ਨਹੀਂ, ਤੇਰਾ ਗੋਲਾ ਨਹੀਂ, ਹੁਣ ਇਹ ਰੱਬ ਦਾ ਗੋਲਾ ਬਣ ਗਿਆ। ਹੁਣ ਇਹ ਤੇਰਾ ਗੋਲਾ ਨਹੀਂ ਹੈ, ਤੂੰ ਮਤ ਸਮਝ ਕਿ ਇਹ ਮੇਰਾ ਨੌਕਰ ਹੈ, ਮੇਰਾ ਗੋਲਾ। ਇਹ ਰੱਬ ਦਾ ਗੋਲਾ ਬਣ ਗਿਆ। ਤੇ ਜੇ ਤੂੰ ਰੱਬ ਨੂੰ ਪਾਉਣਾ ਤੈਨੂੰ ਇਹਦਾ ਗੋਲਾ ਬਣਨਾ ਪੈਣਾ ਹੈ। ਮਨ ਨੂੰ ਨੀਵਾਂ ਕਰਨਾ ਸੀ ਨਾ। ਹੁਣ ਜੇ ਮਨ ਨੂੰ ਨੀਵਾਂ ਕਰਕੇ ਸਾਲਸ ਰਾਏ ਜੋਰੀ ਜੁੜ ਗਿਆ ਭਾਈ ਅਧਰਕੇ ਦੇ ਅੱਗੇ, ਨਿਭ ਗਿਆ, ਤੇ ਫਿਰ ਮਾਲਕ ਨੂੰ ਪਾ ਗਿਆ। ਐਵੇਂ ਨਹੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਤੇ ਹੁੰਦਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਪਹਿਲੇ ਜਾਮੇ ਵਿੱਚ ਬਚਨ ਸੀ ਸਾਲਸ ਰਾਏ ਨਾਲ। ਉਹਨੇ ਆਖਿਆ ਸੀ ਮਹਾਰਾਜ ਇੰਨੀ ਕਿਰਪਾ ਕਰ ਦਿੱਤੀ ਹੈ, ਹੁਣ ਕੁਝ ਰੁਕ ਵੀ ਜਾਓ ਘਰ ਮੇਰੇ। ਮਹਾਰਾਜ ਕਹਿੰਦੇ ਹਜੇ ਨਹੀਂ, ਸਮਾਂ ਆਏਗਾ, ਬਹੁਤ ਲੰਮਾ ਸਮਾਂ ਤੇਰੇ ਘਰ ਰੁਕ ਕੇ ਜਾਵਾਂਗੇ। ਇਹ ਬਖਸ਼ਿਸ਼ ਸੀ ਗੁਰੂ ਨਾਨਕ ਸਾਹਿਬ ਦੀ, ਕਿਉਂਕਿ ਉਹ ਗੋਲੇ ਦਾ ਵੀ ਗੋਲਾ ਬਣ ਗਿਆ। ਅਸੀਂ ਤੇ ਸਿਰਫ ਪੜ੍ਹਦੇ ਆ ਨਾ ਕਿ ਮਹਾਰਾਜ ਤੁਹਾਡੇ 10 ਰਿਆਂ ਦੇ 10 ਰੇ ਬਣਨਾ, ਪਰ ਉਹਨੇ ਬਣ ਕੇ ਵਿਖਾਇਆ ਤੇ ਇੰਨੀਆਂ ਬਖਸ਼ਿਸ਼ਾਂ ਲੈ ਲਈਆਂ। ਇਸ ਲਈ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਗੁਰ ਕੀ ਸੇਵਾ ਚਾਕਰੀ, ਗੁਰ ਕੀ ਗੁਰੂ ਦੀ, ਜਿਨ੍ਹਾਂ ਨੇ ਗੁਰੂ ਦੀ ਸੇਵਾ ਵਿੱਚ ਚਾਕਰੀ ਕੀਤੀ ਹੈ, ਨੌਕਰੀ ਕੀਤੀ ਹੈ, ਭਾਵ ਮਨ ਨੂੰ ਨੀਵਾਂ ਰੱਖ ਕੇ ਸੇਵਾ ਨਿਭਾਈ ਹੈ, ਮਨ ਨਿਰਮਲ ਸੁਖ ਹੋਏ। ਉਹਨਾਂ ਦਾ ਮਨ ਵਿਕਾਰਾਂ ਦੀ ਮਲ ਤੋਂ ਨਿਰਲੇਪ ਹੋ ਗਿਆ, ਉਹਨਾਂ ਦੇ ਮਨ ਵਿੱਚ ਸ਼ੁੱਧਤਾ ਆ ਗਈ, ਉਹਨਾਂ ਦਾ ਮਨ ਪਵਿੱਤਰ ਹੋ ਗਿਆ। ਔਰ ਜਿਨ੍ਹਾਂ ਦਾ ਮਨ ਪਵਿੱਤਰ ਹੋਇਆ ਉਹਨਾਂ ਨੂੰ ਸੁੱਖ ਹੀ ਸੁੱਖ ਮਿਲ ਗਿਆ। ਗੁਰੂ ਘਰ ਆਉਣ ਨਾਲ ਕਦੇ ਦੁੱਖ ਨਹੀਂ ਜੇ ਮਿਲਦਾ। ਗੁਰੂ ਸਾਹਿਬ ਜੀ ਦੇ ਦਰ ਤੇ ਕੀਤੀ ਹੋਈ ਸੇਵਾ ਦੇ ਬਦਲੇ ਕਦੇ ਦੁੱਖ ਨਹੀਂ ਜੇ ਮਿਲਦਾ। ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਆਇਆ ਕਦੇ ਦੁੱਖ ਨਹੀਂ ਜੇ ਮਿਲਦਾ। ਇਹ ਰੱਬੀ ਬਾਣੀ ਦਾ ਅਭਿਆਸ ਕੀਤਿਆਂ ਕਦੇ ਦੁੱਖ ਨਹੀਂ ਜੇ ਮਿਲਦਾ। ਪਰ ਆਪਾਂ ਤੇ ਕਈਆਂ ਕੋਲੋਂ ਸੁਣੀਦਾ ਜੀ, ਅਸੀਂ ਤੇ ਗੁਰੂ ਘਰ ਜਦੋਂ ਦੇ ਆਉਣ ਲੱਗੇ ਆ ਦੁੱਖ ਹੀ ਦੁੱਖ ਆਉਂਦੇ ਨੇ, ਸੁੱਖ ਤੇ ਆਇਆ ਹੀ ਕੋਈ ਨਹੀਂ। ਪਰ ਥੋੜੀ ਜਿਹੀ ਬਰੀਕੀ ਨਾਲ ਸਮਝਿਓ ਵੀ ਪਹਿਲਾਂ ਗੁਰੂ ਘਰ ਨਹੀਂ ਸੀ ਆਉਂਦੇ, ਸੇਵਾ ਸਿਮਰਨ ਸਤਸੰਗ ਨਹੀਂ ਸੀ ਹੁੰਦਾ, ਉਦੋਂ ਅਸੀਂ ਸੁਖੀ ਸਾਂ। ਪਰ ਜਦੋਂ ਹੀ ਅਸੀਂ ਗੁਰੂ ਘਰ ਨਾਲ ਜੁੜੇ ਆ ਦੁੱਖ ਹੀ ਦੁੱਖ ਆਉਣੇ ਸ਼ੁਰੂ ਹੋ ਗਏ ਆ। ਅਸਲ ਵਿੱਚ ਇੱਥੇ ਹੀ ਤਾਂ ਸਮਝਣਾ ਸੀ
ਵੀ ਪਹਿਲਾਂ ਸੁੱਖ ਸੀ, ਗੁਰੂ ਘਰ ਆਉਣ ਨਾਲ ਦੁੱਖ ਆਉਣ ਲੱਗ ਪਏ। ਆਉਣ ਨਹੀਂ ਲੱਗ ਪਏ, ਅੰਦਰੋਂ ਨਿਕਲਣ ਲੱਗ ਪਏ ਨੇ। ਜਿਹੜੇ ਇਕੱਠੇ ਹੋਏ ਪਏ ਸੀ ਨਾ, ਅੰਦਰ ਜਮਾ ਹੋਏ ਪਏ ਸੀ, ਉਹ ਗੁਰੂ ਘਰ ਆਉਣ ਨਾਲ ਤੇ ਅੰਦਰੋਂ ਨਿਕਲਣ ਲੱਗ ਪਏ। ਇਹ ਉਹ ਘਰ ਹੈ ਜਿੱਥੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਉਹ ਡੇਰਾ ਭੰਨਾ ਦਾ ਅਰਥ ਕੀ ਕਰੋਗੇ? ਅੰਦਰ ਜਿਹੜੇ ਪੱਕਾ ਹੀ ਡੇਰਾ ਲਾ ਕੇ ਬੈਠੇ। ਇੱਕ ਨਾ ਦੇਖੋ, ਇੱਕ ਅੰਦਰ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ। ਮੰਨ ਲਓ ਕੁਝ ਐਸੀਆਂ ਪੀੜਾਂ ਨੇ ਜਿਹੜੀਆਂ ਬਰਦਾਸ਼ਤ ਤੋਂ ਬਾਹਰ ਨੇ। ਜਿਸ ਤਰ੍ਹਾਂ ਸਾਡੇ ਦੰਦ, ਇੱਕ ਸਮਝਣ ਵਾਸਤੇ, ਇੱਕ ਦੰਦ ਦੀ ਪੀੜਾ ਬੜੀ ਔਖੀ ਕਰਦੀ ਹੈ ਜਦੋਂ ਛਿੜ ਜਾਏ। ਇੱਕ ਜਿਹੜੀ ਪੱਥਰੀ ਦੀ ਪੀੜਾ ਬੜੀ ਔਖੀ ਹੈ ਜੇ ਛਿੜ ਜਾਏ, ਪਰ ਜਿਸ ਦਿਨ ਛਿੜਦੀ ਹੈ ਪਤਾ ਉਸ ਦਿਨ ਲੱਗਦਾ ਹੈ। ਨਹੀਂ ਤੇ ਕਿੰਨੇ ਸਾਲ ਅੰਦਰ ਉਹ ਪੱਥਰੀ ਪਈ ਸੀ, ਪਤਾ ਹੀ ਕੋਈ ਨਹੀਂ ਲੱਗਾ। ਪਰ ਕਦੋਂ ਪਤਾ ਲੱਗਾ? ਜਦੋਂ ਹਿਲਜੁਲ ਉਹਦੇ ਵਿੱਚ ਹੋਈ। ਫਿਰ ਜਦੋਂ ਹੋਈ ਦਰਦ ਤੇ ਫਿਰ ਸਹਾਰਨਾ ਔਖਾ ਹੋ ਗਿਆ। ਇੱਕਦਮ ਦੰਦ ਵਿੱਚ ਪੀੜਾ ਨਹੀਂ ਹੋਈ, ਉਹਦੇ ਵਿੱਚ ਪਸ ਭਰਦੀ ਜਾ ਰਹੀ ਸੀ ਕਿੰਨੇ ਦਿਨਾਂ ਤੋਂ। ਇੱਕ ਦਿਨ ਜਦੋਂ ਹਿਲਜੁਲ ਹੋਈ ਤੇ ਉਹ ਪੀੜਾ ਸ਼ੁਰੂ ਹੋ ਗਈ। ਅੰਦਰ ਵੀ ਪਤਾ ਨਹੀਂ ਕਿੰਨੇ ਦੁੱਖ ਲੈ ਕੇ ਬੈਠੇ ਆ, ਕਿੰਨੇ ਰੋਗ ਅੰਦਰ ਲੈ ਕੇ ਬੈਠੇ ਆ। ਇਹ ਹਿਲਜੁਲ ਕੋਈ ਨਹੀਂ ਹੁੰਦੀ, ਪਤਾ ਹੀ ਨਹੀਂ ਲੱਗਾ। ਅਸੀਂ ਸੋਚਿਆ ਅਸੀਂ ਸੁਖੀ ਬੜੇ ਆ, ਪਰ ਜਿਸ ਦਿਨ ਬਾਣੀ ਨੇ ਅੰਦਰ ਜਾ ਕੇ ਹਲਚਲ ਕੀਤੀ, ਕਹਿੰਦੇ ਇਹ ਦੁੱਖ ਤੇ ਰੋਗ ਹਿਲਚਲ, ਜਦੋਂ ਹਲਚਲ ਹੋਈ ਤੇ ਫਿਰ ਇਹ ਅੰਦਰ ਸਾਨੂੰ ਮਹਿਸੂਸ ਹੋਇਆ ਵੀ ਅਸੀਂ ਦੁੱਖ ਆਇਆ ਨਹੀਂ, ਅੰਦਰੋਂ ਦੁੱਖ ਨਿਕਲਿਆ ਹੈ। ਤੇ ਜੇ ਬਾਣੀ ਪੜਨ ਨਾਲ ਹਿਲਚਲ ਹੋਈ ਹੈ, ਦੁੱਖ ਮਹਿਸੂਸ ਹੋਣ ਲੱਗਾ, ਫਿਰ ਸਾਨੂੰ ਬਾਣੀ ਰੱਜ ਕੇ ਪੜਨੀ ਚਾਹੀਦੀ ਹੈ, ਤਾਂ ਕਿ ਅੰਦਰੋਂ ਦੁੱਖ ਸਦਾ ਲਈ ਮੁੱਕ ਜਾਏ, ਇਹ ਰੋਗ ਸਦਾ ਲਈ ਅੰਦਰੋਂ ਕੱਟਿਆ ਜਾਏ ਸਾਡਾ। ਪਹਿਲਾਂ ਪਤਾ ਹੀ ਨਹੀਂ ਸੀ ਲੱਗਾ, ਹਉਮੈ ਨਾਲ ਭਰੇ ਆ। ਅੱਜ ਜਿੱਦਣ ਦੀ ਸੇਵਾ ਸ਼ੁਰੂ ਕੀਤੀ ਪਤਾ ਲੱਗਾ ਅੰਦਰ ਤਾਂ ਹਉਮੈ ਨਾਲ ਭਰਿਆ ਪਿਆ ਹੈ। ਹਉਮੈ ਦੀਰਘ ਰੋਗ ਹੈ। ਇਹ ਤੇ ਬੜਾ ਵੱਡਾ ਰੋਗ ਸੀ, ਪਰ ਪਤਾ ਹੀ ਉਦੋਂ ਲੱਗਾ ਜਦੋਂ ਸੰਗਤਾਂ ਦੇ ਜੋੜੇ ਝਾੜਨੇ ਸ਼ੁਰੂ ਕੀਤੇ। ਪਤਾ ਹੀ ਉਦੋਂ ਲੱਗਾ ਜਦੋਂ ਸੰਗਤਾਂ ਦੇ ਝੂਠੇ ਬਰਤਨ ਮਾਂਜਣੇ ਸ਼ੁਰੂ ਕੀਤੇ। ਪਤਾ ਹੀ ਉਦੋਂ ਲੱਗਾ ਜਦੋਂ ਗੁਰੂ ਦੇ ਦਰ ਤੇ ਸੰਗਤ ਵਿੱਚ ਆ ਕੇ ਬੈਠੇ। ਪਤਾ ਲੱਗਾ ਇੱਥੇ ਤੇ ਕਿੰਨੀਆਂ ਕਮਾਈਆਂ ਵਾਲੀਆਂ ਰੂਹਾਂ ਬੈਠੀਆਂ ਨੇ। ਫਿਰ ਪਤਾ ਲੱਗਾ ਵੀ ਅੰਦਰ ਹਉਮੈ ਦਾ ਰੋਗ ਹੈ। ਫਿਰ ਪਤਾ ਲੱਗਾ ਵੀ ਆਹ ਦੁੱਖ ਤੇ ਰੋਗ ਨੂੰ ਕੱਟਣ ਵਾਸਤੇ ਬਾਣੀ ਦਿੱਤੀ ਹੈ। ਇਹ ਬਾਣੀ ਪੜ੍ਹ ਕੇ ਦੁੱਖ ਲੱਗਦਾ ਨਹੀਂ, ਬਾਣੀ ਪੜ੍ਹ ਕੇ ਰੋਗ ਲੱਗਦਾ ਨਹੀਂ, ਸਗੋਂ ਅੰਦਰ ਭਰਿਆ ਹੋਇਆ ਨਿਕਲਦਾ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਵਾ ਸਭ ਥਾਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਭ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਚਾਕਰ ਬਣ ਕੇ, ਗੋਲੇ ਬਣ ਕੇ ਜਿਨ੍ਹਾਂ ਨੇ ਚਾਕਰੀ ਕੀਤੀ, ਮਨ ਨਿਰਮਲ, ਉਹਨਾਂ ਦਾ ਮਨ ਪਵਿੱਤਰ ਹੋ ਗਿਆ। ਤੇ ਜਦੋਂ ਮਨ ਪਵਿੱਤਰ ਹੋਇਆ, ਸੁਖ ਹੋਏ, ਉਹਨਾਂ ਦੀ ਜ਼ਿੰਦਗੀ ਵਿੱਚ ਸੁਖ ਹੀ ਸੁਖ ਵਰਤਿਆ, ਉਹਨਾਂ ਦੇ ਜੀਵਨ ਵਿੱਚ ਸੁਖ ਆ ਗਿਆ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚੋਂ ਖੋਏ। ਹੁਣ ਧਿਆਨ ਰੱਖਿਓ, ਹਉਮੈ ਤਾਂ ਅੰਦਰ ਸੀ ਨਾ। ਜਦੋਂ ਗੁਰੂ ਦਾ ਸ਼ਬਦ ਮਨ ਵਿੱਚ ਵਸਿਆ ਤੇ ਹਉਮੈ ਬਾਹਰ। ਜਦੋਂ ਸ਼ਬਦ ਨਹੀਂ ਸੀ ਵਸਿਆ, ਉਦੋਂ ਅੰਦਰ ਹਉਮੈ ਹੀ ਹਉਮੈ। ਹਉਮੈ ਕੀ ਹੈ? ਹਉਮੈ ਦੀਰਘ ਰੋਗ ਹੈ। ਇਹ ਬੜਾ ਭਿਆਨਕ ਰੋਗ ਹੈ। ਇਹ ਅੰਦਰ ਸੀ, ਪਰ ਜਦੋਂ ਹੀ ਸ਼ਬਦ ਨੂੰ ਅੰਦਰ ਲਿਜਾਇਆ, ਹਉਮੈ ਬਾਹਰ ਆਉਣਾ ਸ਼ੁਰੂ ਹੋ ਗਿਆ। ਇਸੇ ਲਈ ਬੇਨਤੀ ਕੀਤੀ, ਦੁੱਖ ਨਿਕਲਦਾ ਹੈ ਬਾਣੀ ਪੜ੍ਹ ਕੇ, ਰੋਗ ਅੰਦਰੋਂ ਨਿਕਲਦੇ ਨੇ ਬਾਣੀ ਪੜ੍ਹ ਕੇ। ਤੇ ਜੇ ਲੱਗਣ ਲੱਗ ਜਾਏ ਵੀ ਬਾਣੀ ਪੜ੍ਹ ਕੇ ਕੁਝ ਹਲਚਲ ਹੋਈ ਹੈ, ਫਿਰ ਸਾਨੂੰ ਗੁਰਬਾਣੀ ਦਾ ਅਭਿਆਸ ਛੱਡਣਾ ਹੀ ਨਹੀਂ ਚਾਹੀਦਾ, ਸਗੋਂ ਹੋਰ ਅਭਿਆਸ ਵਧਾਉਣਾ ਚਾਹੀਦਾ ਹੈ, ਤਾਂ ਕਿ ਚੰਗੀ ਤਰ੍ਹਾਂ ਇਹ ਦੁੱਖ ਰੋਗ ਜ਼ਿੰਦਗੀ ਵਿੱਚੋਂ ਨਿਕਲ ਜਾਣ। ਸਭ ਕਹਿੰਦੇ ਗੁਰ ਕਾ ਸ਼ਬਦ, ਗੁਰੂ ਦਾ ਸ਼ਬਦ ਜਦੋਂ ਮਨ ਵਿੱਚ ਵਸਿਆ, ਹਉਮੈ ਵਿੱਚੋਂ ਖੋਏ, ਹਉਮੈ ਹੰਕਾਰ ਵਿੱਚੋਂ ਨਿਕਲ ਗਿਆ, ਨਾਮ ਪਦਾਰਥ ਪਾਇਆ। ਜਦੋਂ ਪਰਮਾਤਮਾ ਦੇ ਨਾਮ ਦਾ ਪਦਾਰਥ ਪਾ ਲਿਆ, ਲਾਭ ਸਦਾ ਮਨ ਹੋਏ। ਮਨ ਵਿੱਚ ਲਾਭ ਹੀ ਲਾਭ ਹੁੰਦਾ ਹੈ। ਹੁਣ ਕੋਈ ਨੁਕਸਾਨ ਨਹੀਂ ਹੁੰਦਾ। ਅੱਗੇ ਨੁਕਸਾਨ ਕਿਹਦੇ ਨਾਲ ਹੁੰਦਾ ਸੀ? ਅੱਗੇ ਜਿਹੜਾ ਅੰਦਰ ਨੁਕਸਾਨ ਹੋ ਰਿਹਾ ਸੀ ਕਿਹਦੇ ਨਾਲ? ਕਾਮ, ਕ੍ਰੋਧ, ਲੋਭ, ਮੋਹ,
ਅਹੰਕਾਰ ਦੇ ਨਾਲ। ਤੇ ਜਦੋਂ ਹੀ ਨਾਮ ਦਾ ਪਦਾਰਥ ਗੁਰੂ ਦੇ ਸ਼ਬਦ ਰਾਹੀਂ ਪਾ ਲਿਆ, ਹੁਣ ਮਨ ਨੂੰ ਨੁਕਸਾਨ ਨਹੀਂ ਹੁੰਦਾ, ਹੁਣ ਮਨ ਨੂੰ ਲਾਭ ਹੀ ਲਾਭ ਹੁੰਦਾ ਹੈ। ਹੁਣ ਮਨ ਵਿੱਚ ਬਰਕਤ ਹੀ ਬਰਕਤ ਪੈਂਦੀ ਹੈ, ਕਿਉਂਕਿ ਮਨ ਵਿੱਚ ਹੁਣ ਜ਼ਹਿਰ ਇਕੱਠੀ ਨਹੀਂ ਹੋ ਰਹੀ ਮਾਇਆ ਦੀ, ਹੁਣ ਅੰਦਰ ਮਨ ਵਿੱਚ ਨਾਮ ਦਾ ਅੰਮ੍ਰਿਤ ਇਕੱਠਾ ਹੋ ਰਿਹਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਉਹਦੇ ਮਨ ਨੂੰ ਸਦਾ ਲਾਭ ਹੀ ਲਾਭ ਹੁੰਦਾ ਹੈ। ਕਰਮ ਮਿਲੇ ਤਾਂ ਪਾਈਐ, ਆਪ ਨਾ ਲਿਆ ਜਾਏ। ਗੁਰ ਕੀ ਚਰਨੀ ਲਗ ਰਹੋ, ਵਿੱਚੋਂ ਆਪ ਗਵਾਏ। ਸੱਚੇ ਸੇਤੀ ਰਤਿਆ, ਸੱਚ ਪੱਲੇ ਪਾਏ। ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਸੁੰਦਰ ਢੰਗ ਦੇ ਨਾਲ ਸਮਝਾਉਣ ਦਾ ਯਤਨ ਕਰ ਰਹੇ ਨੇ। ਸਾਹਿਬ ਜੀ ਕਹਿੰਦੇ, ਜੇ ਅੰਦਰ ਨੂੰ ਤੁਸੀਂ ਸ਼ਿੰਗਾਰਨਾ ਹੈ ਤੇ ਗੁਰੂ ਦੇ ਸ਼ਬਦ ਦੀ ਟੇਕ ਲਓ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਟੇਕ ਲਈ, ਕਿਵੇਂ ਲਈ? ਸੇਵਾ ਕਰਕੇ, ਚਾਕਰ ਬਣ ਕੇ, ਚਾਕਰੀ ਕਰਕੇ, ਗੋਲੇ ਬਣ ਕੇ। ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਦਾਤ ਲੈ ਲਈ, ਉਹਨਾਂ ਦੇ ਫਿਰ ਮਨ ਵਿੱਚ ਨਾਮ ਪਦਾਰਥ ਪਾਇਆ, ਲਾਭ ਸਦਾ ਮਨ। ਉਹਨਾਂ ਦੇ ਮਨ ਨੂੰ ਸਦਾ ਲਾਭ ਹੀ ਲਾਭ ਹੁੰਦਾ ਹੈ, ਫਿਰ ਉੱਥੇ ਕੋਈ ਘਾਟਾ ਨਹੀਂ, ਕੋਈ ਨੁਕਸਾਨ ਨਹੀਂ, ਲਾਭ ਹੀ ਲਾਭ। ਹੁਣ ਨਾਲ ਹੀ ਮਹਾਰਾਜ ਜੀ ਕਹਿੰਦੇ ਧਿਆਨ ਰੱਖਿਓ, ਕਰਮ ਮਿਲੇ ਤਾਂ ਪਾਈਐ। ਜੇ ਉਹਦੀ ਬਖਸ਼ਿਸ਼ ਹੋਏਗੀ, ਉਹਦੀ ਬਖਸ਼ਿਸ਼ ਦੇ ਨਾਲ ਇਹ ਦਾਤ ਮਿਲਣੀ ਹੈ। ਆਪ ਨਾ ਲਿਆ ਜਾਏ। ਜੇ ਅਸੀਂ ਆਪਣੀ ਚਲਾਕੀ ਨਾਲ, ਚਤੁਰਾਈ ਨਾਲ, ਸਿਆਣਪ ਨਾਲ ਜੇ ਆਹ ਦਾਤ ਲੈਣੀ ਹੋਵੇ ਤੇ ਕਦੇ ਨਹੀਂ ਜੇ ਮਿਲਣੀ। ਜੇ ਅਸੀਂ ਆਪਣੀ ਮੱਤ ਨਾਲ, ਆਪਣੀ ਚਤੁਰਾਈ ਨਾਲ, ਆਪਣੀ ਚਲਾਕੀਆਂ ਨਾਲ ਜੇ ਆਹ ਦਾਤ ਲੈਣੀ ਹੋਵੇ ਨਾ, ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਏ, ਤੇ ਮਹਾਰਾਜ ਕਹਿੰਦੇ ਇਹ ਆਪਣੀ ਚਲਾਕੀ, ਚਤੁਰਾਈ, ਸਿਆਣਪ ਨਾਲ ਨਹੀਂ ਜੇ ਮਿਲਣੀ। ਇਹ ਮਿਲਣੀ ਆ ਉਹਦੀ ਬਖਸ਼ਿਸ਼ ਦੇ ਨਾਲ। ਉਹਦੀ ਬਖਸ਼ਿਸ਼ ਦੇ ਪਾਤਰ ਬਣਨਾ ਪੈਣਾ। ਜੇ ਆਪਣੀ ਚਤੁਰਾਈਆਂ ਨਾਲ ਮਿਲਦੀ ਹੋਵੇ ਤੇ ਮਹਾਰਾਜ ਕਹਿੰਦੇ ਠੀਕ ਹੈ, ਫਿਰ ਜਿੰਨੇ ਮਰਜ਼ੀ ਤੁਸੀਂ ਬਾਹਰੋਂ ਕਰਮ ਕਰੀ ਜਾਓ, ਪਰ ਕਰਮ ਕਾਂਡ ਕਰਦਿਆਂ ਆਹ ਬਖਸ਼ਿਸ਼ ਤੁਹਾਨੂੰ ਕਦੇ ਨਹੀਂ ਮਿਲਣੀ। ਇਹ ਕਾਰਨ ਸੀ ਕਿ ਜਪਜੀ ਸਾਹਿਬ ਦੇ ਪਾਠ ਵਿੱਚ ਪਹਿਲੀ ਪੌੜੀ ਨੂੰ ਸਮਝ ਕੇ ਚੱਲਣਾ ਸੀ ਕਿ ਸਾਡੀਆਂ ਚਤੁਰਾਈਆਂ, ਸਾਡੀਆਂ ਸਿਆਣਪਾਂ ਨੇ ਕੰਮ ਨਹੀਂ ਆਉਣਾ। ਉੱਥੇ ਨਿਭ ਕੇ ਚਾਕਰ ਬਣ ਕੇ ਚਾਕਰੀ ਕਰਨੀ ਪੈਣੀ ਹੈ। ਸੇਵਾ ਵਿੱਚ ਜੁੜ ਕੇ ਤਾਂ ਸਿਮਰਨ ਦੀ ਦਾਤ ਅੰਦਰ ਮਿਲਣੀ ਹੈ। ਤੇ ਜੇ ਬਾਹਰ ਦੇ ਕਰਮ ਕਾਂਡ ਕਰਕੇ ਮਿਲਦੀ, ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਮਹਾਰਾਜ ਕਹਿੰਦੇ ਧਿਆਨ ਰੱਖਿਓ, ਸੋਚੈ ਸੋਚ ਨਾ ਹੋਵਈ। ਜੇ ਸੋਚੀ ਲੱਖ ਵਾਰ, ਇੱਕ ਵਾਰ ਨਹੀਂ, ਬਾਹਰ ਦੀ ਸੁਚਮਤਾ ਲੱਖਾਂ ਵਾਰੀ ਕਰ ਲਓ। ਬਾਹਰੋਂ ਜਿੰਨੇ ਮਰਜ਼ੀ ਪਵਿੱਤਰ ਹੋ ਜਾਓ, ਦੁੱਧ ਧੋਤੇ ਹੋ ਜਾਓ, ਬਾਹਰੋਂ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ, ਬਾਹਰੋਂ ਜਿੰਨਾ ਮਰਜ਼ੀ ਧਰਮ ਦੇ ਅਡੰਬਰ ਰਚ ਲਓ, ਸੋਚੈ ਸੋਚ ਨਾ ਹੋਵਈ। ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨ ਉਤਰੀ। ਜੇ ਬੰਨਾ ਪੁਰੀਆਂ ਭਾਰ, ਸਹਿਸ ਸਿਆਣਪਾ ਲੱਖ ਹੋਏ। ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਰਮ ਮਿਲੈ। ਕਰਮ ਦੇ ਮਾਂ ਨੂੰ ਸਿਹਾਰੀ ਹੈ, ਉਹਦੀ ਬਖਸ਼ਿਸ਼ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਹੀ ਇਹ ਦਾਤ ਪ੍ਰਾਪਤ ਹੁੰਦੀ ਹੈ। ਆਪ ਨਾ ਲਿਆ ਜਾਏ, ਆਪਣੀ ਮੱਤ ਨਾਲ ਇਹ ਦਾਤ ਨਾ ਲਈ ਜਾ ਸਕਦੀ ਹੈ ਤੇ ਨਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਗੁਰ ਕੀ ਚਰਨੀ ਲੱਗ ਰਹੋ। ਜੇ ਉਸ ਦਾਤੇ ਦੀਆਂ ਦਾਤਾਂ ਲੈਣੀਆਂ ਨੇ, ਜੇ ਉਹਦੀ ਬਖਸ਼ਿਸ਼ ਦੇ ਪਾਤਰ ਬਣਨਾ ਚਾਹੁੰਦੇ ਹੋ, ਤਾਂ ਗੁਰ ਕੀ ਚਰਨੀ ਲੱਗ ਰਹੋ। ਜੁੜੇ ਰਹੋ ਗੁਰੂ ਸਾਹਿਬ ਦੇ ਚਰਨੀ, ਗੁਰੂ ਸ਼ਬਦ ਨਾਲ ਜੁੜੇ ਰਹੋ, ਗੁਰਬਾਣੀ ਨਾਲ ਜੁੜੇ ਰਹੋ। ਇਹਦੇ ਨਾਲੋਂ ਤੋੜਨ ਵਾਸਤੇ ਲੱਖਾਂ ਯਤਨ ਕੀਤੇ ਜਾਂਦੇ ਆ ਕਿ ਤੁਸੀਂ ਗੁਰੂ ਦੇ ਚਰਨੀ ਲੱਗੋ ਹੀ ਨਾ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਹੀ ਨਾ। ਬੜੇ ਤਰ੍ਹਾਂ ਦੇ ਲੋਭ ਲਾਲਚ ਵੀ ਦਿੱਤੇ ਜਾਂਦੇ ਆ, ਪਰ ਜਿਹੜੇ ਅਧੂਰੇ ਹੁੰਦੇ ਨੇ ਉਹ ਡੱਗ ਮਗਾ ਜਾਂਦੇ ਨੇ। ਜਿਹੜੇ ਗੁਰੂ ਚਰਨੀ ਲੱਗੇ ਹੁੰਦੇ ਨੇ ਉਹ ਫਿਰ ਡੱਗ ਮਗਾਉਂਦੇ ਨਹੀਂ, ਜਿੰਨੇ ਮਰਜ਼ੀ ਲੋਭ ਲਾਲਚ ਦਿੱਤੇ ਜਾਣ।
ਕਿਉਂਕਿ ਉਹਨਾਂ ਨੂੰ ਪਤਾ ਹੈ ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਉਹਨਾਂ ਨੂੰ ਪਤਾ ਹੈ ਗੁਰੂ ਦੇ ਚਰਨੀ ਲੱਗ ਕੇ ਜਿੱਧਰ ਵੀ ਚੱਲਾਂਗੇ ਤੇ ਰਾਹ ਸੁਖਾਲਾ ਹੀ ਹੋਣਾ ਹੈ। ਕਿਸੇ ਰਾਹ ਵਿੱਚ ਔਂਕੜ ਨਹੀਂ ਆਏਗੀ, ਮੁਸ਼ਕਲ ਨਹੀਂ ਆਏਗੀ, ਕੋਈ ਔਖੀ ਘਾਟੀ ਨਹੀਂ ਆਏਗੀ, ਤੇ ਜੇ ਆਏਗੀ ਵੀ ਤੇ ਗੁਰੂ ਨੇ ਸਹਾਰਾ ਦੇ ਕੇ ਉਹ ਔਖੀ ਘਾਟੀ ਆਪੇ ਹੀ ਚੜਾ ਲੈਣੀ ਹੈ। ਉਸ ਔਖੀ ਘੜੀ ਵਿੱਚੋਂ ਆਪੇ ਹੀ ਕੱਢ ਲੈਣਾ ਗੁਰੂ ਨੇ। ਇਸ ਲਈ ਮਹਾਰਾਜ ਕਹਿੰਦੇ ਗੁਰੂ ਦੇ ਚਰਨਾਂ ਨੂੰ ਨਾ ਛੱਡਿਓ। ਲੋਕ ਬੜਾ ਯਤਨ ਕਰ ਰਹੇ ਨੇ, ਬੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਵੀ ਕਿਸੇ ਤਰ੍ਹਾਂ ਤੁਸੀਂ ਗੁਰੂ ਦੇ ਚਰਨਾਂ ਨੂੰ ਛੱਡ ਦਿਓ, ਤੇ ਜੇ ਗੁਰੂ ਦੇ ਚਰਨਾਂ ਨੂੰ ਛੱਡ ਦਿੱਤਾ ਫਿਰ ਜਿੰਨੇ ਮਰਜ਼ੀ ਉਪਾਅ ਕਰ ਲਿਓ, ਮੁਕਤੀ ਨਹੀਂ ਜੇ ਮਿਲਣੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਸਾਹਿਬ ਕਹਿੰਦੇ ਕਿਤੇ ਨਹੀਂ ਜੇ ਮੋਕਸ਼ ਮੁਕਤੀ ਮਿਲਣੀ। ਇਸ ਲਈ ਗੁਰੂ ਦੇ ਚਰਨੀ ਲੱਗੇ ਰਹੋ। ਜਿੰਨੇ ਮਰਜ਼ੀ ਤੂਫਾਨ ਆਉਣ, ਹਨੇਰੀਆਂ ਆਉਣ, ਜਿੰਨੇ ਮਰਜ਼ੀ ਭੁਚਾਲ ਆਉਣ, ਪਰ ਤੁਸੀਂ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਣਾ ਜੇ ਉਸ ਮਾਲਕ ਦੀਆਂ ਬਖਸ਼ਿਸ਼ਾਂ ਲੈਣੀਆਂ। ਤੇ ਕਿੰਨੀਆਂ ਹਨੇਰੀਆਂ ਚੱਲੀਆਂ, ਕਿੰਨੇ ਤੂਫਾਨ ਆਏ, ਕਿੰਨਾ ਭੁਚਾਲ ਆਇਆ, ਜਿਨ੍ਹਾਂ ਦੀ ਅਸੀਂ ਰੋਜ਼ ਅਰਦਾਸ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ। ਇਹ ਤੂਫਾਨ ਹੀ ਸੀ ਇਹਨਾਂ ਦੀ ਜ਼ਿੰਦਗੀ ਵਿੱਚ ਆਏ। ਕਿੰਨੇ ਯਤਨ ਕੀਤੇ ਵੀ ਗੁਰੂ ਦੇ ਚਰਨਾਂ ਨੂੰ ਛੱਡ ਦੇਣ। ਗੁਰੂ ਸਾਹਿਬ ਦੇ ਚਰਨਾਂ ਤੋਂ ਇਹਨਾਂ ਨੂੰ ਅਸੀਂ ਅਲੱਗ ਕਰਨਾ ਹੈ। ਕਹਿੰਦੇ ਚਰਖੜੀ ਤੇ ਚਾੜ ਦਿਓ, ਗੁਰੂ ਦੇ ਚਰਨ ਜਿਹੜੇ ਨੇ ਉਹਨਾਂ ਤੋਂ ਸਾਨੂੰ ਦੂਰ ਨਹੀਂ ਕਰ ਸਕਦੇ। ਤੁਸੀਂ ਖੋਪਰ ਲਾਉਣਾ ਲਾ ਦਿਓ, ਪਰ ਗੁਰੂ ਦੇ ਚਰਨਾਂ ਨੂੰ ਛੱਡਣ ਦੀ ਗੱਲ ਨਹੀਂ ਅਸੀਂ ਕਬੂਲ ਕਰ ਸਕਦੇ। ਤੁਸੀਂ ਸਾਡਾ ਬੰਦ ਕੱਟਣਾ ਕੱਟ ਦਿਓ, ਪਰ ਗੁਰੂ ਦੇ ਚਰਨਾਂ ਨੂੰ ਨਹੀਂ ਅਸੀਂ ਛੱਡ ਸਕਦੇ। ਇਸ ਲਈ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ 'ਚ ਹੀ ਆਖਿਆ, ਕਹਿੰਦੇ ਗੁਰ ਕੀ ਚਰਨੀ ਲੱਗ ਰਹੋ। ਤੇ ਲੱਗਣਾ ਕਿਵੇਂ ਹੈ? ਵਿੱਚੋਂ ਆਪ ਗਵਾਏ, ਵਿੱਚੋਂ ਆਪਣਾ ਆਪਾ ਦੂਰ ਕਰਕੇ। ਚਰਨੀ ਵੀ ਉਦੋਂ ਹੀ ਲੱਗਿਆ ਜਾਣਾ ਜਦੋਂ ਵਿੱਚੋਂ ਆਪਣਾ ਆਪਾ ਮਿਟਾਵਾਂਗੇ, ਆਪਣੇ ਅੰਦਰ ਦੇ ਹਉਮੈ ਨੂੰ ਖਤਮ ਕਰਾਂਗੇ, ਆਪਣੇ ਅੰਦਰ ਦੇ ਹੰਕਾਰ ਨੂੰ ਜਦੋਂ ਅਸੀਂ ਖਤਮ ਕਰਾਂਗੇ, ਆਪਣੇ ਆਪੇ ਨੂੰ ਅੰਦਰੋਂ ਮਿਟਾ ਕੇ ਗੁਰੂ ਸਾਹਿਬ ਦੇ ਚਰਨੀ ਲੱਗੇ ਰਹੋ। ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਤੁਸੀਂ ਫਿਰ ਸੱਚ ਵਿੱਚ ਰਤੇ ਜਾਓਗੇ, ਸੱਚ ਪਰਮੇਸ਼ਵਰ ਦੇ ਨਾਮ ਦੇ ਨਾਲ ਰਤੇ ਜਾਓਗੇ, ਤੇ ਸੱਚ ਦਾ ਪੱਲਾ ਪਕੜ ਕੇ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਫਿਰ ਤੁਸੀਂ ਸੱਚ ਦੇ ਮਾਰਗ ਤੇ ਹੀ ਤੁਰੋਗੇ। ਭਾਵੇਂ ਖੋਪਰ ਲੈ ਜਾਏ, ਬੰਦ ਕੱਟਿਆ ਜਾਏ, ਭਾਵੇਂ ਉੱਥੇ ਉਬਲਦੇ ਪਾਣੀ ਵਿੱਚ ਬਿਠਾ ਦਿੱਤਾ ਜਾਏ, ਭਾਵੇਂ ਜਿੰਨੇ ਮਰਜ਼ੀ ਤਸੀਹੇ ਦਿੱਤੇ ਜਾਣ, ਪਰ ਤੁਸੀਂ ਫਿਰ ਸੱਚ ਦਾ ਮਾਰਗ ਨਹੀਂ ਛੱਡੋਗੇ, ਕਿਉਂਕਿ ਗੁਰੂ ਸਾਹਿਬ ਦਾ ਆਸਰਾ ਹੈ ਤੁਹਾਡੇ ਨਾਲ, ਗੁਰੂ ਦੇ ਸ਼ਬਦ ਦੀ ਟੇਕ ਹੈ ਤੁਹਾਡੇ ਕੋਲ। ਅਸੀਂ ਸੱਚ ਦਾ ਪੱਲਾ ਪਕੜ ਕੇ ਤੁਰਾਂਗੇ ਤੇ ਮਾਲਕ ਦੇ ਘਰ ਪ੍ਰਵਾਨ ਹੋ ਜਾਾਂਗੇ। ਤੇ ਜੇ ਆ ਹਨੇਰੀਆਂ ਆਈਆਂ, ਜਿਹੜੇ ਹਲੂਣੇ ਦਿੱਤੇ ਜਾਂਦੇ ਆ, ਜੇ ਇਹਨਾਂ ਵਿੱਚ ਡਗਮਗਾ ਕੇ ਪੱਲਾ ਛੱਡ ਦਿੱਤਾ, ਦੁਨੀਆ ਵਿੱਚ ਤੇ ਥਾਂ ਮਿਲ ਜੇਗੀ, ਪਰ ਮਾਲਕ ਦੇ ਘਰ ਕੋਈ ਨਹੀਂ ਮਿਲਣੀ। ਤੇ ਮਹਾਰਾਜ ਕਹਿੰਦੇ ਹਾਲਤ ਇਦਾਂ ਦੀ ਹੋ ਜਾਣੀ ਹੈ ਵੀ ਜੇ ਦੁਨੀਆ 'ਚ ਥਾਂ ਵੀ ਮਿਲੀ ਤੇ ਦੁੱਖ ਉੱਥੇ ਵੀ ਕੋਈ ਨਹੀਂ ਮੁੱਕਣਾ। ਅਸੀਂ ਪਰਮੇਸ਼ਵਰ ਦੇ ਨਾਮ ਦਾ ਆਸਰਾ ਨਾ ਛੱਡੀਏ ਅਧੂਰਿਆਂ ਦੇ ਮਗਰ ਲੱਗ ਕੇ, ਨਹੀਂ ਤਾਂ ਫਿਰ ਬਾਬਾ ਫਰੀਦ ਸਾਹਿਬ ਦਾ ਬਚਨ ਪਹਿਲਾਂ ਹੀ ਤੁਹਾਡੇ ਨਾਲ ਸਾਂਝਾ ਕੀਤਾ, ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ, ਨਾਉ ਇੱਥੇ ਦੁੱਖ ਕਨੇਰਿਆਂ, ਅੱਗੇ ਠੌਰ ਨਾ ਠਾਓ। ਇੱਥੇ ਹੀ ਨਹੀਂ ਦੁੱਖ ਮੁੱਕਣੇ, ਅੱਗੇ ਥਾਂ ਕੋਈ ਨਹੀਂ ਮਿਲਣੀ। ਜਿਹਨੂੰ ਕਹਿੰਦੇ ਨਾ ਘਰ ਦਾ ਨਾ ਘਾਟ ਦਾ, ਹੁਣ ਨਾ ਇੱਧਰ ਦਾ ਰਿਹਾ ਨਾ ਉੱਧਰ ਦਾ, ਭਟਕਦਾ ਪਿਆ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਚਰਨੀ ਤੁਸੀਂ ਲੱਗੇ ਰਹੋ, ਤੇ ਵਿੱਚੋਂ ਆਪਣਾ ਆਪਾ ਗਵਾ ਕੇ ਜਦੋਂ ਗੁਰੂ ਦੇ ਚਰਨੀ ਲੱਗੋਗੇ, ਸੱਚ ਵਿੱਚ ਰਤੇ ਜਾਓਗੇ, ਸੱਚ ਦਾ ਪੱਲਾ ਪਕੜ ਕੇ ਚੱਲੋਗੇ, ਇੱਕ ਦਿਨ ਸੱਚ ਵਿੱਚ ਹੀ ਸਮਾ ਜਾਵੋਗੇ। ਭੁੱਲਣ ਅੰਦਰ ਸਭ ਕੋ,
ਅਭੁੱਲ ਗੁਰੂ ਕਰਤਾਰ। ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ। ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ। ਗੁਰੂ ਨਾਨਕ ਸਾਹਿਬ ਮਹਾਰਾਜ ਸ਼ਬਦ ਦੇ 8ਵੇਂ ਪਦੇ ਵਿੱਚ ਕਿਰਪਾ ਕਰਦੇ ਕਿ ਜਿਸ ਗੁਰੂ ਦੇ ਚਰਨੀ ਤੁਹਾਨੂੰ ਲੱਗਣ ਲਈ ਕਿਹਾ ਜਾ ਰਿਹਾ ਨਾ, ਉਹ ਪੂਰਾ ਗੁਰੂ ਹੈ, ਅਧੂਰਾ ਨਹੀਂ ਹੈ। ਉਹਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਕਮੀ ਨਹੀਂ, ਖਾਮੀ ਨਹੀਂ ਹੈ। ਕਿਉਂ? ਜਿਸ ਗੁਰੂ ਦੇ ਰਾਹੀਂ ਤੁਹਾਡੇ ਅੰਦਰ ਪਰਮੇਸ਼ਵਰ ਦਾ ਪਿਆਰ ਪੈਦਾ ਹੋਣਾ ਹੈ, ਜਿਸ ਗੁਰੂ ਦੇ ਰਾਹੀਂ ਤੁਹਾਨੂੰ ਉਹ ਨਾਮ ਦਾ ਪਦਾਰਥ ਮਿਲਣਾ ਹੈ, ਜਿਸ ਗੁਰੂ ਦੇ ਰਾਹੀਂ ਤੁਹਾਡੇ ਦੁੱਖ ਰੋਗ ਕੱਟੇ ਜਾਣੇ ਆ, ਜਿਸ ਗੁਰੂ ਦੇ ਰਾਹੀਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣੀਆਂ ਨੇ, ਜਿਸ ਗੁਰੂ ਦੇ ਰਾਹੀਂ ਭਰਮ ਭੁਲੇਖੇ ਦੂਰ ਹੋਣੇ ਨੇ, ਉਹ ਗੁਰੂ ਕੌਣ ਹੈ? ਉਹ ਆਪ ਕਰਤਾਰ ਦਾ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ। ਅੰਮ੍ਰਿਤ ਬਾਣੀ ਦੇ ਵਿੱਚ 20 ਬਚਨ ਜਿਹੜੇ ਨੇ ਉਹ ਆਉਂਦੇ ਨੇ। ਸਭ ਕਹਿੰਦੇ ਨੇ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਉਹ ਕਰਤਾਰ ਹੀ ਗੁਰੂ ਦਾ ਹੈ। ਹੁਣ ਧਿਆਨ ਰੱਖਿਓ, ਦੋ ਸਰੂਪ ਨੇ ਪਰਮੇਸ਼ਵਰ ਦੇ, ਇੱਕ ਸਰਗੁਣ ਹੈ, ਇੱਕ ਨਿਰਗੁਣ ਹੈ। ਇੱਕ ਉਹ ਆਕਾਰ ਤੋਂ ਰਹਿਤ ਹੈ, ਇੱਕ ਆਕਾਰ ਦੇ ਵਿੱਚ ਹੈ। ਜਿਹੜਾ ਆਕਾਰ ਦੇ ਵਿੱਚ ਹੈ ਉਹ ਗੁਰੂ ਹੈ, ਤੇ ਜਿਹੜਾ ਆਕਾਰ ਤੋਂ ਰਹਿਤ ਹੈ ਉਹ ਪਰਮੇਸ਼ਵਰ ਹੈ। ਕਿਉਂਕਿ ਪਰਮੇਸ਼ਵਰ ਦਾ ਆਪਣਾ ਕੋਈ ਰੂਪ ਰੰਗ ਨਹੀਂ ਹੈ। ਹੁਣ ਜਿਹਦਾ ਕੋਈ ਰੂਪ ਰੰਗ ਨਹੀਂ, ਉਹਨੂੰ ਕਿਵੇਂ ਤੁਸੀਂ ਸਮਝੋਗੇ? ਭੁਲੇਖੇ ਤਾਂ ਹੀ ਪਏ ਨੇ ਨਾ ਦੁਨੀਆ 'ਚ। ਆ ਭੁਲੇਖੇ ਪਾਉਣ ਵਾਲਿਆਂ ਨੇ ਗੱਦੀਆਂ ਲਾ ਕੇ ਰੱਬ ਬਣਾ ਕੇ ਆਪਣੇ ਆਪ ਨੂੰ ਪੁਜਾਇਆ। ਅਸੀਂ ਪੂਜਿਆ ਵੀ ਰੱਜ ਕੇ ਉਹਨਾਂ ਨੂੰ। ਕਿਉਂ ਪੂਜਿਆ? ਕਿਉਂਕਿ ਸਾਨੂੰ ਉਹਦਾ ਹੁਲੀਆ ਨਹੀਂ ਸੀ ਪਤਾ। ਰੂਪ ਨ ਰੇਖ ਨ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਨ ਜੇ। ਸਾਨੂੰ ਉਹਦਾ ਰੂਪ ਰੰਗ ਨਹੀਂ ਸੀ ਪਤਾ। ਜਿਵੇਂ ਕਿਸੇ ਨੇ ਕਿਹਾ, ਅਸੀਂ ਭੁਲੇਖੇ ਵਿੱਚ ਉਹਨਾਂ ਨੂੰ ਪੂਜਣ ਲੱਗ ਗਏ ਵੀ ਆਹ ਰੱਬ ਹੈ ਸਾਡਾ। ਪਰ ਇਹ ਪਤਾ ਹੀ ਨਹੀਂ ਜਿਹੜਾ ਰੱਬ ਬਣ ਕੇ ਬੈਠਾ ਉਹਦੇ ਪਿੱਛੇ ਸ਼ੈਤਾਨ ਬੈਠਾ ਹੋਇਆ ਹੈ। ਉਹ ਸ਼ੈਤਾਨ ਨੇ ਹੁਲੀਆ ਰੱਬ ਦਾ ਬਣਾ ਕੇ ਤੇ ਸਾਨੂੰ ਭੁਲੇਖੇ 'ਚ ਪਾ ਕੇ ਲੁੱਟ ਲਿਆ। ਪਰ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ ਨੇ ਭੁਲੇਖਾ ਕੱਢਣ ਵਾਸਤੇ, ਸਾਨੂੰ ਦੁਹਾਗਣ ਨੂੰ ਸੁਹਾਗਣ ਬਣਾਉਣ ਵਾਸਤੇ, ਸਾਨੂੰ ਕੁਚੱਜੀ ਨੂੰ ਸੁਚੱਜੀ ਬਣਾਉਣ ਵਾਸਤੇ ਪਰਮੇਸ਼ਵਰ ਨੇ ਫਿਰ ਇੱਕ ਆਕਾਰ ਬਣਾਇਆ ਜਿਹਨੂੰ ਗੁਰੂ ਕਹਿੰਦੇ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਫਿਰ ਗੁਰੂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਬਾਣੀ ਗੁਰੂ। ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਇਸ ਗੁਰੂ ਪਰਮੇਸ਼ਰ ਦਾ ਰੂਪ ਹੈ। ਕੋਈ ਕਮੀ ਨਹੀਂ ਹੈ, ਕੋਈ ਖਾਮੀ ਨਹੀਂ ਹੈ। ਉਹ ਭੁੱਲਾਂ ਕਰਨ ਵਾਲਾ ਨਹੀਂ, ਸਗੋਂ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣੀਆਂ ਨੇ ਗੁਰੂ ਦੇ ਦਰ ਤੇ ਆ ਕੇ। ਅਸੀਂ ਗੁਰੂ ਸਾਹਿਬ ਦੇ ਦਰ ਤੇ ਆ ਕੇ ਕਹਿੰਦੇ ਹਾਂ, ਅਸੀਂ ਖਤੇ ਬਹੁਤ ਕਮਾਵੰਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵੱਡ ਗੁਨਾਹਗਾਰ। ਕਿਹਦੇ ਅੱਗੇ ਕਹਿ ਰਹੇ ਹਾਂ? ਜਿਹੜਾ ਅਭੁੱਲ, ਕਦੇ ਭੁੱਲ ਨਹੀਂ ਕਰਦਾ, ਕਦੇ ਨਹੀਂ। ਗੁਰੂ ਸਾਹਿਬ ਜੀ ਜੇ ਹੁਕਮ ਦਿੰਦੇ ਆ ਅਰਦਾਸ ਤੋਂ ਬਾਅਦ, ਉਹ ਕੋਈ ਗਲਤੀ ਨਹੀਂ ਕਰਦੇ। ਸਾਨੂੰ ਲੱਗਦਾ ਵੀ ਮਹਾਰਾਜ ਤੁਸੀਂ ਗਲਤੀ ਕਰ ਦਿੱਤੀ, ਸ਼ਾਇਦ ਮੇਰੇ ਅਰਦਾਸ ਦੇ ਮੁਤਾਬਕ ਹੁਕਮ ਨਹੀਂ ਦਿੱਤਾ। ਅਸੀਂ ਕਹਿੰਦੇ ਆ ਇਦਾਂ ਕਰੋ, 4 ਅੰਗ ਇੱਧਰੋਂ 4 ਅੰਗ ਇੱਧਰੋਂ ਲੈ ਕੇ ਦੁਬਾਰਾ ਹੁਕਮ ਲੈ ਲਓ। ਜਦੋਂ ਦੁਬਾਰਾ ਹੁਕਮ ਲਿਆ ਫਿਰ ਸਾਡੀ ਮਰਜ਼ੀ ਦਾ ਨਹੀਂ ਆਇਆ, ਅਸੀਂ ਆਖਿਆ ਤੀਜੀ ਵਾਰ ਲੈ ਲਓ। ਤੀਜੀ ਵਾਰ ਤਾਂ ਗੁਰੂ ਸਾਹਿਬ ਸਹੀ ਹੁਕਮ ਦੇਣਗੇ। ਇਹਦਾ ਮਤਲਬ ਪਹਿਲੀ ਵਾਰ ਜਿਹੜਾ ਹੁਕਮ ਦਿੱਤਾ ਸੀ ਉਹ ਗਲਤ ਸੀ। ਜਿਹੜਾ ਪਹਿਲੀ ਵਾਰ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਗੁਰੂ ਸਾਹਿਬ ਗਲਤੀ ਕਰ ਗਏ। ਅਸੀਂ ਆਖਿਆ ਨਹੀਂ, ਤੀਜੀ ਵਾਰ ਹੁਕਮ ਸਹੀ ਆਏਗਾ। ਇਹ ਭੁੱਲ ਸਾਡੀ ਹੈ, ਗੁਰੂ ਦੀ ਨਹੀਂ ਹੈ। ਇਹ ਸਾਡੀ ਸੋਚ ਵਿੱਚ ਫਰਕ ਹੈ, ਗੁਰੂ ਦੀ ਸੋਚ ਵਿੱਚ ਫਰਕ ਨਹੀਂ। ਉਹਨਾਂ ਨੇ ਜਿਹੜਾ ਹੁਕਮ ਦੇਣਾ ਸੀ, ਸਾਨੂੰ ਪਹਿਲਾਂ ਹੀ ਹੁਕਮ ਕਬੂਲ ਕਰ ਲੈਣਾ ਚਾਹੀਦਾ ਸੀ, ਕਿਉਂਕਿ ਉਹ ਅਭੁੱਲ, ਕਦੇ ਨਾ ਭੁੱਲ ਕਰਨ ਵਾਲਾ। ਐਸੇ ਗੁਰੂ ਦੇ ਸਾਨੂੰ ਲੜ ਲਾਇਆ। ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਮੋਹਰ ਲਾਈ ਹੈ। ਸਾਹਿਬ ਕਹਿੰਦੇ ਭੁੱਲਣ ਅੰਦਰ ਸਭ ਕੋ, ਸਾਰੇ ਹੀ ਭੁੱਲਣ ਵਿੱਚ ਨੇ, ਭੁਲੇਖੇ ਵਿੱਚ ਨੇ, ਭਟਕ ਰਹੇ ਨੇ।
ਅਭੁੱਲ ਗੁਰੂ ਕਰਤਾਰ। ਉਹ ਜਿਹੜਾ ਕਰਤਾਰ ਗੁਰੂ ਦੇ ਰੂਪ ਵਿੱਚ ਹੈ। ਹੁਣ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਹੀ ਦਾ ਸ਼ਬਦ ਹੈ ਤੇ ਗੁਰੂ ਦੀ ਵਰਤੋਂ ਕਰ ਰਹੇ ਆ। ਹੁਣ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਨੇ ਕਿਹਨੂੰ ਗੁਰੂ ਧਾਰਿਆ? ਮਹਾਰਾਜ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆ ਸ਼ਬਦ ਹੀ ਗੁਰੂ ਹੈ, ਇਹ ਬਾਣੀ ਹੀ ਗੁਰੂ ਹੈ ਤੇ ਬਾਣੀ ਨੂੰ ਹੀ ਗੁਰੂ ਦੇਵ ਦੀ ਪਦਵੀ ਦੇ ਕੇ ਪ੍ਰਗਟ ਕੀਤਾ ਹੈ। ਇਹ ਪ੍ਰਗਟ ਗੁਰਾਂ ਕੀ ਦੇਹ ਹੈ, ਜੋ ਪ੍ਰਭ ਕੋ ਮਿਲਵੋਚ ਹੈ ਖੋਜ ਸ਼ਬਦ ਮੈਂ। ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਲਿਆ ਕੇ ਸਾਨੂੰ ਜੋੜ ਦਿੱਤਾ। ਸ਼ਬਦ ਗੁਰੂ ਤੋਂ ਸ਼ੁਰੂ ਕੀਤਾ ਤੇ ਖੋਜ ਸ਼ਬਦ ਮੈਂ ਲੈ ਤੇ ਲਿਆ ਕੇ ਸਾਨੂੰ ਜੋੜ ਦਿੱਤਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਗੁਰਮਤਿ ਮਨ ਸਮਝਾਏ ਆ। ਇਹ ਮਨ ਨੂੰ ਸਮਝਾਉਣਾ ਪੈਣਾ, ਆਪਣੇ ਆਪ ਤੇ ਸਮਝਣਾ ਨਹੀਂ। ਮਨ ਤੇ ਕਹਿੰਦਾ ਫਲਾਣੀ ਥਾਂ ਤੇ ਉਹ ਗੱਦੀ ਲਾ ਕੇ ਬੈਠਾ ਉਹ ਰੱਬ ਹੈ, ਉਹ ਫਲਾਣੀ ਥਾਂ ਤੇ ਬੈਠਾ ਉਹ ਰੱਬ ਹੈ। ਨਹੀਂ, ਗੁਰੂ ਦੀ ਮੱਤ ਵਿੱਚ ਮਨ ਨੂੰ ਸਮਝਾਉਣਾ ਪੈਣਾ। ਜਦੋਂ ਗੁਰੂ ਦੀ ਮੱਤ ਵਿੱਚ ਮਨ ਨੂੰ ਸਮਝਾਇਆ, ਲਾਗਾ ਤਿਸੈ ਪਿਆਰ। ਉਹਦੇ ਅੰਦਰ ਫਿਰ ਪਰਮੇਸ਼ਵਰ ਦਾ ਪਿਆਰ ਪੈਦਾ ਹੋ ਗਿਆ। ਉਹ ਕੁਚੱਜੀ ਫਿਰ ਸੁਚੱਜੀ ਹੋ ਗਈ। ਉਹ ਮਨਮੁਖ ਫਿਰ ਗੁਰਮੁਖ ਬਣ ਗਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਵਿੱਚ ਮਨ ਨੂੰ ਸਮਝਾਇਆ। ਇਸ ਲਈ ਗੁਰੂ ਨਾਨਕ ਸਾਹਿਬ ਕਹਿੰਦੇ ਸਾਚ ਨਾ ਵਿਸਰੈ ਮਿਲੇ ਸ਼ਬਦ ਅਪਾਰ। ਸ਼ਬਦ ਰਾਹੀਂ ਜਿਹਨੂੰ ਅੰਦਰੋਂ ਪਰਮੇਸ਼ਵਰ ਨਾਲ ਮਿਲਾਇਆ, ਉਹਦੇ ਅੰਦਰ ਕਦੇ ਵੀ ਨਾਮ ਨਹੀਂ ਵਿਸਰਦਾ। ਇੱਕ ਪਲ ਲਈ ਵੀ ਨਾਮ ਉਹਦੇ ਅੰਦਰੋਂ ਨਹੀਂ ਵਿਸਰਦਾ। ਭਾਵੇਂ ਸਮਾਂ ਜਿੱਦਾਂ ਦਾ ਮਰਜ਼ੀ ਆ ਜਾਏ, ਔਖਾ ਸੌਖਾ ਦੁੱਖ ਸੁੱਖ ਜਿੱਦਾਂ ਦਾ ਮਰਜ਼ੀ ਸਮਾਂ ਆ ਜਾਏ, ਉਹਦੇ ਅੰਦਰੋਂ ਕਦੇ ਵੀ ਨਾਮ ਨਹੀਂ ਵਿਸਰਦਾ, ਜਿਹਨੂੰ ਸ਼ਬਦ ਨੇ ਨਿਰੰਕਾਰ ਦੇ ਨਾਲ ਜੋੜਿਆ ਹੋਵੇ। ਆਪਾਂ ਵੀ ਗੁਰੂ ਸਾਹਿਬ ਦੇ ਦਰ ਤੇ ਸ਼ਬਦ ਦਾ ਅਭਿਆਸ ਕਰਨ ਆਉਂਦੇ ਹਾਂ, ਕੀਰਤਨ ਰੂਪ ਵਿੱਚ ਵੀ ਤੇ ਕਥਾ ਵਿਚਾਰ ਦੇ ਰੂਪ ਵਿੱਚ ਵੀ। ਸਾਡਾ ਵੀ ਸ਼ਬਦ ਕਿਤੇ ਨਿਰੰਕਾਰ ਦੇ ਨਾਲ ਸਾਡੀ ਸੁਰਤ ਨੂੰ ਜੋੜ ਦੇਵੇ ਤੇ ਇੱਕ ਪਲ ਲਈ ਵੀ ਸਾਡੇ ਅੰਦਰੋਂ ਨਾਮ ਕਦੇ ਵੀ ਨਾ ਵਿਸਰੇ। ਇਹ ਦਾਤ ਅਸੀਂ ਨਿਤ ਮੰਗਣੀ ਹੈ, ਮੰਗਦੇ ਰਹਿਣਾ ਹੈ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਮੁਬਾਰਕ ਹੈ ਆਪ ਜੀ ਨੂੰ ਜੋ ਗੁਰੂ ਚਰਨਾਂ ਵਿੱਚ ਆ ਕੇ ਗੁਰਬਾਣੀ ਦਾ ਆਸਰਾ ਲੈਂਦੇ ਹੋ। ਸਭਨਾਂ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ, ਭੁੱਲਿਆਂ ਹੋਇਆਂ ਨੂੰ, ਭਟਕਿਆਂ ਹੋਇਆਂ ਨੂੰ ਇਹ ਮਾਰਗ ਦਿਸ ਜਾਏ ਔਰ ਇਸ ਮਾਰਗ ਤੇ ਚੱਲਦਿਆਂ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਿਆਂ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ। ਗੁਰੂ ਸਾਹਿਬ ਦੇ ਦਰ ਦੀ ਚਾਕਰੀ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣਾ ਲਈਏ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮੇਰ ਦਾ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਣ।
ਅੱਜ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ, ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।